ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੋਜ਼ਿਟਿਵ ਬਾਈ ਪੰਜਾਬ ਦੇ ਉੱਤੇ। ਜਿਵੇਂ ਕਿ ਤੁਹਾਨੂੰ ਪਤਾ ਹੈ ਬੇਟੇ, ਆਪਾਂ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਹਾਂ, ਆਪਣੇ ਪੇਪਰ ਹੋਣ ਜਾ ਰਹੇ ਆ। ਵੈਸੇ ਤਾਂ ਮੈਂ ਇਹ ਜਿਹੜਾ ਟੌਪਿਕ ਜਿਹੜਾ ਅੱਜ ਕਰਵਾਉਣ ਜਾ ਰਿਹਾ, ਇਹ ਤੁਹਾਨੂੰ ਮੈਂ MCQ ਦੇ ਵਿੱਚ ਕਵਰ ਕਰਵਾਤਾ ਸੀਗਾ, ਪਰ ਫਿਰ ਵੀ ਕੁਝ ਮੇਰੇ ਸਟੂਡੈਂਟ ਦੀ ਡਿਮਾਂਡ ਆ ਰਹੀ ਸੀ ਕਿ ਸਰ ਇਹਨੂੰ ਥਿਊਰੀ ਕਰਵਾ ਦਿਓ। ਤਾਂ ਆਪਾਂ ਦੇਖਦੇ ਹਾਂ ਬੇਟੇ, ਸਰਚ ਇੰਜਨ ਦੇ ਵਿੱਚ ਆਪਾਂ ਕੀ ਕੀ ਪੜ੍ਹ ਸਕਦੇ ਹਾਂ। ਸਰਚ ਇੰਜਨ ਬਾਰੇ ਵੈਸੇ ਤੁਹਾਨੂੰ ਪਤਾ ਹੀ ਹੋਊਗਾ ਸਾਰਿਆਂ ਨੂੰ, ਬਟ ਫਿਰ ਵੀ ਇਹਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਟੈਕਨੀਕਲ ਟਰਮਸ ਹੁੰਦੀਆਂ ਨੇ ਉਹਨਾਂ ਬਾਰੇ ਆਪਾਂ ਨੂੰ ਜਾਣਕਾਰੀ ਨਹੀਂ ਹੁੰਦੀ ਗੀ। ਤਾਂ ਪੜ੍ਹਦੇ ਆਪਾਂ ਧਿਆਨ ਨਾਲ ਰਾਜੇ। ਸਰਚ ਇੰਜਨ ਦੇ ਉੱਪਰ ਇਹ ਅੱਜ ਦਾ ਟੌਪਿਕ ਰਹੂਗਾ ਆਪਣਾ, ਠੀਕ ਹੈ। ਤਾਂ ਐਂਡ ਤੱਕ ਜਰੂਰ ਦੇਖ ਲਿਓ ਕਿਉਂਕਿ ਵੀਡੀਓ ਲੰਬੀ ਹੋ ਸਕਦੀ ਹੈ, ਬਟ ਇਹਦੇ ਵਿੱਚ ਕੱਲੀ ਕੱਲੀ ਚੀਜ਼ ਤੁਹਾਡੇ ਵਾਸਤੇ ਇੰਪੋਰਟੈਂਟ ਹੈ। ਹੁਣ ਆਪਾਂ ਗੱਲ ਕਰਦੇ ਹਾਂ ਰਾਜੇ, ਸਰਚ ਇੰਜਨ ਹੁੰਦਾ ਕੀ ਆ ਬੇਸਿਕਲੀ। ਜਿਵੇਂ ਹੁਣ ਆਪਾਂ ਕੋਈ ਵੀ ਚੀਜ਼ ਜਿਹਦੇ ਰਿਲੇਟਡ ਆਪਾਂ ਨੂੰ ਕੋਈ ਡਾਟਾ ਚਾਹੀਦਾ, ਆਪਾਂ ਕੀ ਕਰਦੇ ਹਾਂ, ਗੂਗਲ ਵਗੈਰਾ ਜਿਵੇਂ ਆਪਾਂ ਯੂਜ਼ ਕਰਦੇ ਹਾਂ ਨਾ ਸਰਚ ਇੰਜਨ, ਉਵੇਂ ਯਾਹੂ ਵੀ ਹੁੰਦਾ ਹੈ, ਯੰਡਕਸ ਵੀ ਹੁੰਦਾ ਹੈ, ਠੀਕ ਹੈ, ਬੈਡੂ ਵੀ ਹੁੰਦਾ, ਕਾਫੀ ਸਾਰੇ ਸਰਚ ਇੰਜਨ ਹੁੰਦੇ ਆ। ਤਾਂ ਕਹਿਣ ਦਾ ਭਾਵ ਕਿ ਆਪਾਂ ਕੋਈ ਚੀਜ਼ ਸਰਚ ਕਰਨੀ ਆ ਤਾਂ ਉਹ ਆਪਾਂ ਕੀ ਕਰਾਂਗੇ ਜੀ, ਉੱਥੇ ਸਰਚਿੰਗ ਕਰਾਂਗੇ ਤੇ ਉਹਦੇ ਰਿਲੇਟਡ ਜਿਹੜਾ ਡਾਟਾ ਹੋਊਗਾ ਆਪਾਂ ਨੂੰ ਕੀ ਹੋ ਜਾਊਗਾ, ਸ਼ੋ ਹੋ ਜਾਊਗਾ। ਤਾਂ ਕਹਿੰਦਾ ਜੀ ਸਰਚ ਇੰਜਨ ਕਹਿੰਦਾ ਜੀ ਰੈਫਰ ਟੂ ਦਾ ਹਿਊਜ ਡਾਟਾਬੇਸ ਆਫ ਦਾ ਇੰਟਰਨੈਟ ਰਿਸੋਰਸਿਸ। ਹਿਊਜ ਡਾਟਾਬੇਸ ਦਾ ਮਤਲਬ ਕੀ ਆ, ਹੁਣ ਦੇਖੋ ਆਪਾਂ ਜਿਵੇਂ ਘਰ ਦੇ ਵਿੱਚ ਕੋਈ ਨੋਟਸ, ਮਤਲਬ ਕਿ ਕੋਈ ਆਪਾਂ ਨੂੰ ਪਤਾ ਕਿ ਆਪਾਂ ਕੋਈ ਨੋਟਸ ਬਣਾ ਕੇ ਰੱਖੇ ਹੋਏ ਆ, ਆਪਾਂ ਸਰਚ ਕਰਾਂਗੇ, ਆਪਾਂ ਕਾਪੀਆਂ ਫਰੋਲਾਂਗੇ ਹਨਾ, ਪਰ ਆਪਣਾ ਡਾਟਾਬੇਸ ਬਹੁਤ ਛੋਟਾ ਹੋਊਗਾ। ਪਰ ਇੰਟਰਨੈਟ ਦੇ ਵਿੱਚ ਜਿਹੜਾ ਡਾਟਾਬੇਸ ਹੋਊਗਾ ਰਾਜੇ, ਬਹੁਤ ਵੱਡਾ ਡਾਟਾਬੇਸ ਹੈ। ਹੁਣ ਆਪਾਂ ਇੱਕ ਵਰਡ ਵੀ ਅਗਰ ਲਿਖਦੇ ਹਾਂ ਗੂਗਲ ਦੇ ਉੱਪਰ, ਤਾਂ ਆਪਣੇ ਕੋਲੇ ਘੱਟੋ ਘੱਟ ਵੀ ਦੇਖੋ ਉੱਥੇ ਕਿੰਨਾ ਸਾਰਾ ਡਾਟਾ ਆਪਣੇ ਸਾਹਮਣੇ ਸ਼ੋ ਹੋਣ ਲੱਗ ਜਾਂਦਾ ਹੈ। ਤਾਂ ਕਹਿਣ ਦਾ ਮਤਲਬ ਇੰਟਰਨੈਟ ਦਾ ਜਿਹੜਾ ਡਾਟਾਬੇਸ ਹੈਗਾ ਬਹੁਤ ਵੱਡਾ ਬੇਟੇ। ਤਾਂ ਆਪਾਂ ਸਰਚ ਕੀ ਕਰ ਸਕਦੇ ਹਾਂ ਰਾਜੇ, ਕੋਈ ਵੈਬ ਪੇਜ ਆਪਣੇ ਸਾਹਮਣੇ ਸਰਚ ਹੋ ਜਾਊਗਾ, ਕੋਈ ਨਿਊਜ਼ ਗਰੁੱਪ ਹੋ ਗਿਆ, ਪ੍ਰੋਗਰਾਮ ਹੋ ਗਿਆ, ਇਮੇਜਿਸ ਹੋ ਗਈਆਂ, ਲਿੰਕ ਹੋ ਗਏ, ਵੀਡੀਓਜ਼ ਹੋ ਗਈਆਂ, ਇਹ ਸਾਰੀਆਂ ਆਪਾਂ ਨੂੰ ਸ਼ੋ ਹੁੰਦੀਆਂ ਨੇ ਸਰਚ ਇੰਜਨ ਦੇ ਉੱਪਰ, ਠੀਕ ਹੈ ਜੀ। ਕਹਿੰਦਾ ਜੀ ਇਟ ਹੈਲਪ ਟੂ ਲੋਕੇਟ ਦਾ ਇਨਫੋਰਮੇਸ਼ਨ ਔਨ ਦਾ ਵਰਲਡ ਵਾਈਡ ਵੈਬ। ਤੁਹਾਨੂੰ ਮੈਂ ਕੱਲ ਪਰਸੋਂ ਹੀ ਜਦੋਂ ਮੈਰਾਥਨ ਕਲਾਸ ਪਾਈ ਸੀ ਦੱਸਿਆ ਸੀ, ਵਰਲਡ ਵਾਈਡ ਵੈਬ ਕੀ ਇੱਕ ਸਰਵਰ ਹੈ ਜਿਹੜਾ ਪੂਰੀ ਦੁਨੀਆ ਦਾ ਕੀ ਚਲਾ ਰਿਹਾ, ਇੰਟਰਨੈਟ ਚਲਾ ਰਿਹਾ, ਠੀਕ ਹੈ। ਦੱਸਿਆ ਸੀ ਨਾ। ਤਾਂ ਕਹਿਣ ਦਾ ਮਤਲਬ ਕਿ ਹੁਣ ਦੇਖੋ ਵਰਲਡ ਵਾਈਡ ਵੈਬ ਤੇ ਆਪਾਂ ਸਰਚ ਕਰ ਰਹੇ ਹਾਂ, ਤਾਂ ਆਪਾਂ ਨੂੰ ਕੱਲੀ ਕੱਲੀ ਹਰੇਕ ਦੁਨੀਆ ਦੇ ਹਰੇਕ ਕੋਨੇ ਦੀ ਜਿਹੜੀ ਇਨਫੋਰਮੇਸ਼ਨ ਹੋਊਗੀ ਉਹ ਸਰਚ ਇੰਜਨ ਤੇ ਮਿਲ ਜੂਗੀ। ਕਹਿੰਦਾ ਜੀ ਯੂਜ਼ਰ ਕੈਨ ਸਰਚ ਫॉर ਐਨੀ ਇਨਫੋਰਮੇਸ਼ਨ। ਦੇਖੋ ਕੋਈ ਵੀ ਇਨਫੋਰਮੇਸ਼ਨ ਆਪਾਂ ਕੁਐਰੀ ਪਾਸ ਕਰਦੇ ਹਾਂ, ਕੁਐਰੀ ਦਾ ਮਤਲਬ ਹੁੰਦਾ ਕੋਈ ਆਪਾਂ ਉੱਥੇ ਕੁਝ ਲਿਖਦੇ ਹਾਂ, ਟਾਈਪ ਕਰਦੇ ਹਾਂ। ਕਹਿੰਦਾ ਚਾਹੇ ਆਪਾਂ ਕੋਈ ਕੀਵਰਡ ਵੀ ਲਿਖਦੇ ਹਾਂ, ਫਰੇਜ਼ ਵੀ ਲਿਖਦੇ ਹਾਂ, ਤਾਂ ਵੀ ਆਪਣੇ ਸਾਹਮਣੇ ਕੀ ਆ ਜਾਊਗੀ, ਸਰਚਿੰਗ ਓਪਨ ਹੋ ਜੂਗੀ ਰਿਲੇਟਡ ਟੂ ਦੈਟ ਕੀਵਰਡ। ਕਹਿੰਦਾ ਇਟ ਦੈਨ ਸਰਚ ਫॉर ਦਾ ਰੈਲੇਵੈਂਟ ਇਨਫੋਰਮੇਸ਼ਨ ਇਨ ਦਾ ਡਾਟਾਬੇਸ ਐਂਡ ਰਿਟਰਨ ਦਾ ਯੂਜ਼ਰ। ਤਾਂ ਜੋ ਵੀ ਇਨਫੋਰਮੇਸ਼ਨ ਆਪਾਂ ਸਰਚ ਕਰਾਂਗੇ ਇਹ ਡਾਟਾਬੇਸ ਦੇ ਵਿੱਚ ਮੈਚ ਕਰੂਗਾ ਤੇ ਆਪਣੇ ਸਾਹਮਣੇ ਕੀ ਕਰ ਦੂਗਾ, ਸ਼ੋ ਕਰ ਦੂਗਾ, ਠੀਕ ਹੈ। ਤੇ ਇੱਕ ਹੋ ਸਕਦਾ ਬੇਟੇ ਮੇਰੀ ਆਵਾਜ਼ ਥੋੜੀ ਜਿਹੀ ਸਲੋ ਹੋ ਗਈ, ਥੋੜਾ ਜਿਹਾ ਗਲਾ ਖਰਾਬ ਹੋ ਗਿਆ ਸੀਗਾ ਮੈਰਾਥਨ ਕਲਾਸ ਲਗਾ ਕੇ, ਤੇ ਇਸ ਕਰਕੇ ਮੈਂ ਜ਼ਿਆਦਾ ਉੱਚੀ ਨਹੀਂ ਬੋਲ ਰਿਹਾ, ਠੀਕ ਹੈ। ਪਲੀਜ਼ ਥੋੜੀ ਆਵਾਜ਼ ਆਪਣੇ ਹੈੱਡਫੋਨ ਵਗੈਰਾ ਲਗਾ ਲਿਓ। ਅੱਗੇ ਗੱਲ ਕਰਦੇ ਹਾਂ ਜੀ, ਆਪਣੇ ਕੋਲੇ ਜਿਹੜੇ ਸਰਚ ਇੰਜਨ ਦੇ ਕੰਪੋਨੈਂਟ ਕਿਹੜੇ ਕਿਹੜੇ ਹੁੰਦੇ ਆ ਰਾਜੇ। ਆਪਣੇ ਕੋਲੇ ਤਿੰਨ ਤਰ੍ਹਾਂ ਦੇ ਕੰਪੋਨੈਂਟ ਹੁੰਦੇ ਆ, ਜਿਹਦੇ ਬਾਰੇ ਪਿਛਲੀ ਜਿਹੜੀਆਂ 2021 ਦੇ ਵਿੱਚ ਜਿਹੜੇ ਆਪਣੇ ਐਗਜ਼ਾਮ ਹੋਏ ਉਹਦੇ ਵਿੱਚ ਪੁੱਛਿਆ ਗਿਆ। ਤਾਂ ਇੱਕ ਹੈਗਾ ਵੈਬ ਕ੍ਰੈਲਰ ਹੈਗਾ, ਠੀਕ ਹੈ ਜੀ, ਡਾਟਾਬੇਸ ਹੋ ਗਿਆ, ਤੇ ਇੱਕ ਆਪਣੇ ਜਿਹੜੇ ਇੰਟਰਫੇਸਿਸ ਹੋ ਗਏ, ਠੀਕ ਹੈ। ਹੁਣ ਜਿਹੜਾ ਵੈਬ ਕ੍ਰੈਲਰ ਹੈਗਾ, ਵੈਬ ਕ੍ਰੈਲਰ ਨੂੰ ਆਪਾਂ ਸਪਾਈਡਰ ਵੀ ਕਹਿ ਦਿੰਦੇ ਆ, ਬੋਟ ਵੀ ਕਹਿ ਦਿੰਦੇ ਆ। ਹੁਣ ਇਹ ਕੀ ਚੀਜ਼ ਹੁੰਦੀ ਤੁਹਾਨੂੰ ਮੈਂ ਦੱਸਦਾ। ਚਲੋ ਇਹ ਆਪਾਂ ਪੜ੍ਹਦੇ ਪੰਜਾਬੀ 'ਚ ਵੀ ਲਿਖਿਆ ਗਿਆ ਰਾਜੇ, ਪੰਜਾਬੀ 'ਚ ਪੜ੍ਹਨਾ ਪੰਜਾਬੀ 'ਚ ਪੜ੍ਹ ਸਕਦੇ ਆ ਆਪਾਂ। ਹੁਣ ਵੈਬ ਕ੍ਰੈਲਰ ਕੀ ਚੀਜ਼ ਹੈ, ਵੈਬ ਕ੍ਰੈਲਰ ਬੇਸਿਕਲੀ ਇੱਕ ਸੌਫਟਵੇਅਰ ਕਹਿ ਸਕਦੇ ਆ ਆਪਾਂ, ਇੱਕ ਸੌਫਟਵੇਅਰ ਹੈ ਜਿਹੜਾ ਕਾਹਦਾ ਕੰਮ ਕਰਦਾ, ਜਸੂਸੀ ਦਾ ਕੰਮ ਕਰਦਾ ਹੈ। ਜਸੂਸੀ ਦਾ ਕੰਮ ਕਿਵੇਂ ਕਰਦਾ ਹੈ? ਹੁਣ ਜਿਵੇਂ ਮੰਨ ਲਓ ਆਪਾਂ ਕੋਈ ਚੀਜ਼ ਇੱਕ ਵਰਡ ਸਰਚ ਕੀਤਾ, ਹੁਣ ਉਹ ਜਿਹੜਾ ਵਰਡ ਦੇ ਰਿਲੇਟਡ ਜਿੰਨੀ ਵੀ ਆਪਣੇ ਕੋਲ ਵੈਬਸਾਈਟਸ ਹੋਣਗੀਆਂ, ਜਿੰਨੇ ਵੀ ਵੈਬ ਪੇਜ ਹੋਣਗੇ, ਜਿੰਨੇ ਵੀ ਲਿੰਕ ਹੋਣਗੇ, ਓਪਨ ਹੋ ਜਾਂਦੇ ਆ। ਬਟ ਉਹ ਓਪਨ ਹੋਣ ਵਾਸਤੇ ਪਹਿਲਾਂ ਆਪਾਂ ਨੂੰ ਕੀ ਕਰਨੀ ਪਊਗੀ, ਸਰਚਿੰਗ ਤਾਂ ਕਰਨੀ ਪਊਗੀ, ਦੇਖਣਾ ਪਊਗਾ ਵੀ ਕਿਹੜੇ ਜਿਹੜਾ ਉਹ ਵਰਡ ਹੈ ਕਿਹੜੇ ਵੈਬਸਾਈਟ ਜਾਂ ਵੈਬ ਪੇਜ ਨਾਲ ਮੈਚ ਹੋ ਰਿਹਾ। ਤਾਂ ਉਹਦੇ ਵਾਸਤੇ ਕੀ ਕਰਨੀ ਪਊਗੀ, ਜਸੂਸੀ ਕਰਨੀ ਪਊਗੀ। ਉਹ ਜਸੂਸੀ ਕੌਣ ਕਰਦਾ, ਸੌਫਟਵੇਅਰ ਕਰਦਾ, ਉਹਨੂੰ ਕਹਿ ਦਿੰਦੇ ਵੈਬ ਕ੍ਰੈਲਰ। ਕਹਿੰਦਾ ਜੀ ਇਟ ਇਜ਼ ਆਲਸੋ ਨੋਨ ਐਜ਼ ਅ ਸਪਾਈਡਰ ਔਰ ਬੋਟਸ, ਠੀਕ ਹੈ। ਬੋਟਸ ਜਿਹੜੇ ਹੁੰਦੇ ਆਟੋਮੈਟਿਕਲੀ ਰਨ ਹੁੰਦੇ ਆ, ਤੁਸੀਂ ਟੈਲੀਗ੍ਰਾਮ ਤੇ ਵੀ ਦੇਖਦੇ ਹੋਵੋਗੇ, ਤੁਸੀਂ ਉੱਥੇ MCQ ਦਾ ਬੋਟ ਪਾਉਣੇ ਆ, ਤਾਂ ਬੋਟ ਦਾ ਮਤਲਬ ਹੁੰਦਾ ਕਿ ਜਿਹੜਾ ਆਟੋਮੈਟਿਕਲੀ ਕੰਮ ਕਰਦਾ ਹੈ। ਕਹਿੰਦਾ ਜੀ ਇਟ ਇਜ਼ ਦਾ ਸੌਫਟਵੇਅਰ ਕੰਪੋਨੈਂਟ ਦੈਟ ਟਰੈਵਰਸ ਦਾ ਮਤਲਬ ਹੁੰਦਾ ਜਿਹੜਾ ਸਰਚਿੰਗ ਕਰਨਾ। ਟਰੈਵਰਸ ਜਿਵੇਂ ਹੁਣ ਮੰਨ ਲਓ ਮੈਂ ਕਹਿ ਦੇਵਾਂ ਕਲਾਸ ਦੇ ਵਿੱਚ ਅਟੈਂਡੈਂਸ ਲਗਾ ਰਿਹਾ, ਰੋਲ ਨੰਬਰ 1 2 3 ਅਪ ਟੂ ਲੈ ਕੇ 100 ਤੱਕ, ਤਾਂ ਮੈਂ ਕੀ ਕਰ ਰਿਹਾ, ਟਰੈਵਰਸ ਕਰ ਰਿਹਾ। ਟਰੈਵਰਸ ਦਾ ਮਤਲਬ ਹੁੰਦਾ ਸਰਚਿੰਗ ਕਰਨੀ। ਤਾਂ ਕਹਿੰਦਾ ਜੀ ਇਹ ਸੌਫਟਵੇਅਰ ਜਿਹੜਾ ਹੈਗਾ ਹੈ ਇਹ ਸਰਚ ਕਰਦਾ, ਟਰੈਵਰਸ ਕਰਦਾ, ਜਿਹਦੇ ਉੱਪਰ ਇੰਟਰਨੈਟ ਦੇ ਉੱਪਰ, ਵੈਬ ਦੇ ਉੱਪਰ, ਕਾਹਦੇ ਵਾਸਤੇ, ਗੈਦਰ ਦਾ ਇਨਫੋਰਮੇਸ਼ਨ, ਡਾਟਾ ਇਕੱਠਾ ਕਰਨ ਵਾਸਤੇ। ਉਸ ਤੋਂ ਬਾਅਦ ਅਗਲਾ ਆਪਣੇ ਕੋਲੇ ਆ ਜਾਂਦਾ ਡਾਟਾਬੇਸ। ਡਾਟਾਬੇਸ ਕੀ ਹੁੰਦਾ ਹੈ, ਜਿਵੇਂ ਹੁਣ ਆਪਾਂ ਨੋਟਸ ਬਣਾ ਕੇ ਰੱਖ ਲਏ, ਜਿਵੇਂ ਆਪਣੇ ਫੋਨ ਦੇ ਵਿੱਚ ਕੀ ਹੈ, ਇੱਕ ਫੋਨ ਮੈਮਰੀ, ਆਪਣੇ ਫੋਨ ਦੇ ਵਿੱਚ ਕੀ ਹੁੰਦੀ ਹੈ, ਇੱਕ ਆਪਣੇ ਕੋਲੇ ਕੰਟੈਕਟ ਬੁੱਕ ਹੁੰਦੀ ਹੈ, ਬੇਸਿਕਲੀ ਕੀ ਹੋ ਗਈ, ਉਹ ਆਪਣੀ ਡਾਟਾਬੇਸ ਹੋ ਗਿਆ। ਤਾਂ ਉਵੇਂ ਰਾਜੇ ਹਰੇਕ ਸਰਚ ਇੰਜਨ ਕੋਲੇ ਆਪਣਾ ਡਾਟਾਬੇਸ ਹੁੰਦਾ, ਜਾਂ ਹਰੇਕ ਵੈਬਸਾਈਟ ਦਾ ਆਪਣਾ ਡਾਟਾਬੇਸ ਹੁੰਦਾ। ਤਾਂ ਆਲ ਦਾ ਇਨਫੋਰਮੇਸ਼ਨ ਕਹਿੰਦਾ ਔਨ ਦਾ ਵੈਬ ਇਜ਼ ਸਟੋਰਡ ਇਨ ਦਾ ਡਾਟਾਬੇਸ। ਇਟ ਕੰਸਿਸਟ ਆਫ ਦਾ ਹਿਊਜ ਵੈਬ ਰਿਸੋਰਸਿਸ।
ਹੁਣ ਚਾਹੇ ਫੇਸਬੁੱਕ ਆ, ਹੁਣ ਜਿਵੇਂ ਆਪਾਂ ਮੰਨ ਲਓ ਫੇਸਬੁੱਕ ਤੇ ਆਪਾਂ ਕੀ ਕਰਦੇ ਆ, ਆਈਡੀ ਤੇ ਪਾਸਵਰਡ ਲਗਾ ਕੇ ਕੀ ਕਰਦੇ ਆ ਆਪਾਂ, ਠੀਕ ਹੈ ਜੀ, ਲੌਗਇਨ ਕਰਦੇ ਆ। ਹੁਣ ਉਹ ਆਈਡੀ ਤੇ ਜਿਹੜਾ ਪਾਸਵਰਡ ਹੈਗਾ ਬੈਕਐਂਡ ਤੇ ਜਾ ਕੇ ਕਿਤੇ ਨਾ ਕਿਤੇ ਮੈਚ ਹੋਊਗਾ, ਮੈਚ ਤਾਂ ਹੀ ਹੋਊਗਾ ਕਿਤੇ ਨਾ ਕਿਤੇ ਹੋਊਗਾ, ਸਟੋਰ ਹੋਊਗਾ। ਤਾਂ ਕਹਿਣ ਦਾ ਭਾਵ ਹਰ ਇੱਕ ਵੈਬਸਾਈਟ ਦਾ ਆਪਣਾ ਆਪਣਾ ਕੀ ਹੈਗਾ ਰਾਜੇ, ਡਾਟਾਬੇਸ ਹੈਗਾ। ਅੱਗੇ ਆ ਗਿਆ ਜੀ ਸਰਚ ਇੰਟਰਫੇਸ। ਇੰਟਰਫੇਸ ਦਾ ਮਤਲਬ ਕੀ ਹੁੰਦਾ ਹੈ ਕਿ ਜਿਵੇਂ ਆਪਾਂ ਹੁਣ ਮੰਨ ਲਓ ਆਪਾਂ ਨੂੰ ਚੀਜ਼ ਦਿਖਦੀ ਹੈ, ਆਪਣੇ ਵਾਸਤੇ ਆਸਾਨ ਬਣਾਉਣ ਵਾਸਤੇ ਇੰਟਰਫੇਸ ਹੁੰਦਾ ਹੈ। ਹੁਣ ਜਿਵੇਂ ਹੁਣ ਤੁਸੀਂ ਮੇਰੇ ਨਾਲ ਪੜ੍ਹ ਰਹੇ ਹੋ ਤਾਂ ਤੁਸੀਂ ਕਿਵੇਂ ਪੜ੍ਹ ਰਹੇ ਹੋ, ਤਾਂ YouTube ਦੇ ਥਰੂ ਪੜ੍ਹ ਰਹੇ ਹੋ, YouTube ਕੀ ਹੋ ਗਿਆ, ਇੰਟਰਫੇਸ ਹੋ ਗਿਆ। ਜਾਂ ਤੁਸੀਂ ਮੇਰੀ ਐਪ ਦੇ ਥਰੂ ਪੜ੍ਹ ਰਹੇ ਹੋ ਤਾਂ ਐਪ ਕੀ ਹੋ ਗਿਆ, ਮੇਰਾ ਇੰਟਰਫੇਸ ਹੋ ਗਿਆ। ਤਾਂ ਕਹਿੰਦਾ ਜੀ ਦਿਸ ਕੰਪੋਨੈਂਟ is an interface between the user and the database. It help the user to search through the database। ਤਾਂ ਇਹਦੇ ਆਪਾਂ ਡਾਇਰੈਕਟ ਤਾਂ ਡਾਟਾਬੇਸ ਨਹੀਂ ਦੇਖ ਸਕਦੇ, ਪਰ ਡਾਟਾਬੇਸ ਦੇ ਥਰੂ ਸਰਚ ਕਰਨ ਵਾਸਤੇ ਆਪਾਂ ਕੀ ਕਰਦੇ ਆ, ਸਰਚ ਇੰਜਨ ਯੂਜ਼ ਕਰਦੇ ਆ। ਸਰਚ ਇੰਜਨ ਚਾਹੇ ਕੋਈ ਵੀ ਹੋਵੇ, ਚਾਹੇ ਗੂਗਲ ਹੋਵੇ, ਚਾਹੇ ਯਾਹੂ ਹੋਵੇ, ਜੋ ਮਰਜ਼ੀ ਹੋਵੇ, ਇੰਟਰਫੇਸ ਦਾ ਕੰਮ ਕਰੂਗਾ। ਨੈਕਸਟ ਆਪਾਂ ਗੱਲ ਕਰਦੇ ਆ ਜੀ, ਪੰਜਾਬੀ 'ਚ ਵੀ ਲਿਖਿਆ ਗਿਆ, ਪੰਜਾਬੀ 'ਚ ਵੀ ਤੁਸੀਂ ਪੜ੍ਹ ਸਕਦੇ ਹੋ। ਅੱਗੇ ਆ ਗਿਆ ਜੀ ਸਰਚ ਇੰਜਨ ਵਰਕਿੰਗ। ਸਰਚ ਇੰਜਨ ਜਿਹੜਾ ਹੁੰਦਾ ਬੇਟੇ ਉਹ ਵਰਕਿੰਗ ਕਿਵੇਂ ਕਰਦਾ, ਵੈਸੇ ਤਾਂ ਇਹ ਪੁੱਛਿਆ ਨਹੀਂ ਬਟ ਤੁਹਾਨੂੰ ਮੈਂ ਦੱਸ ਦਿੰਦਾ। ਵੈਸੇ ਸਰਚ ਇੰਜਨ ਜਿਹੜਾ ਹੈਗਾ ਉਹ ਤੁਹਾਨੂੰ ਮੈਂ ਦੱਸਤਾ ਵੀ ਕਰੈਲਰ ਹੋ ਗਿਆ, ਡਾਟਾਬੇਸ ਹੋ ਗਿਆ ਤੇ ਇੰਟਰਫੇਸਿਸ ਹੋ ਗਏ, ਇਹ ਤੇ ਮੇਜਰ ਕੰਪੋਨੈਂਟ ਨੇ। ਬਟ ਜਿਹੜਾ ਇਹ ਐਕਚੁਅਲ ਦੇ ਵਿੱਚ ਜਿਹੜਾ ਲੌਜੀਕ ਲਗਾਉਂਦਾ ਰਾਜੇ, ਲੌਜੀਕ ਲਗਾਉਂਦਾ ਬੂਲੀਅਨ ਮੈਥ ਕੀਤਾ ਹੋਇਆ ਨਾ ਸਾਰਿਆਂ ਨੇ, ਬੂਲੀਅਨ ਅਲਜਬਰਾ ਸਭ ਨੇ ਕੀਤਾ ਹੋਊਗਾ। ਉਹਦੇ ਵਿੱਚ ਹੁੰਦੇ ਆ ਤਿੰਨ, ਐਂਡ ਔਰ ਨੋਟ। ਇਹ ਤਿੰਨ ਐਕਸਪ੍ਰੈਸ਼ਨ ਦੇ ਉੱਪਰ ਕੰਮ ਕਰਦਾ, ਐਂਡ ਔਰ ਨੋਟ। ਐਂਡ ਦਾ ਮਤਲਬ ਹੁੰਦਾ ਰਾਜੇ ਜਿਵੇਂ ਦੋਵਾਂ ਦੇ ਜਿਹੜੀ ਆਪਾਂ ਕਹਿ ਸਕਦੇ ਹਾਂ ਦੋਵਾਂ ਦੇ ਵਿੱਚ, ਜਿਵੇਂ ਮੰਨ ਲਓ ਆ A ਆ, ਆ B ਹੈ, ਤੇ A B ਦੇ ਜਿਹੜਾ ਕਾਮਨ ਡਾਟਾ ਹੋਊਗਾ ਉਹਨੂੰ ਆਪਾਂ ਐਂਡ ਕਹਿ ਦਾਂਗੇ। ਔਰ ਦੇ ਵਿੱਚ ਕੀ ਆ ਜਾਂਦਾ ਵੀ A ਦਾ ਵੀ ਆ ਜਾਂਦਾ, ਠੀਕ ਹੈ, ਆ ਵੀ ਆ ਜਾਂਦਾ ਤੇ ਆ ਵੀ ਆ ਜਾਂਦਾ। ਨੋਟ ਦੇ ਵਿੱਚ ਕੀ ਆ ਜਾਂਦਾ ਵੀ ਜੇ ਕੱਲਾ ਇੱਕ ਦਾ, ਠੀਕ ਹੈ। ਤਾਂ ਕਹਿਣ ਦਾ ਭਾਵ ਤੁਸੀਂ ਚਲੋ ਇੰਨਾ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਹੈਗੀ, ਜਸਟ ਤੁਸੀਂ ਇਹਨਾਂ ਯਾਦ ਰੱਖ ਲਿਓ ਵੀ ਇਹ ਕਿਹੜਾ ਯੂਜ਼ ਕਰਦਾ, ਐਂਡ ਔਰ ਨੋਟ ਬੂਲੀਅਨ ਐਕਸਪ੍ਰੈਸ਼ਨ ਯੂਜ਼ ਕਰਦਾ, ਠੀਕ ਹੈ ਜੀ, ਰਿਜ਼ਲਟ ਨੂੰ ਸਰਚ ਕਰਨ ਵਾਸਤੇ। ਹੁਣ ਕਿਵੇਂ ਕਰਦਾ, ਕੀ ਕਰਦਾ, ਆਪਾਂ ਨੂੰ ਇਹ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ, ਇੰਨੀ ਡਿਟੇਲ 'ਚ ਜਾਵਾਂਗੇ ਤਾਂ ਫਿਰ ਆਪਣਾ ਟਾਈਮ ਬਹੁਤ ਵੇਸਟ ਹੋਊਗਾ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਹੁਣ ਇਹਦੇ ਵਿੱਚ ਮੇਨ ਚੀਜ਼ ਅੱਗੇ ਦੇਖਦੇ ਹਾਂ। ਕਹਿੰਦਾ ਜੀ the search engine ਕਹਿੰਦਾ looks for the keyword in the index for the predefined database instead of going directly to the web to the search for the keyword। ਹੁਣ ਦੇਖੋ ਜਿਹੜਾ ਸਰਚ ਇੰਜਨ ਹੁੰਦਾ ਨਾ ਹਮੇਸ਼ਾ ਉਹ ਪਹਿਲਾਂ ਜਿਹੜਾ ਜਿਵੇਂ ਮੰਨ ਲਓ ਕੀਵਰਡ ਕੀ ਹੋ ਗਿਆ, ਹੁਣ ਮੰਨ ਲਓ ਮੈਂ ਲਿਖਤਾ ਇੱਥੇ ਮੈਂ ਲਿਖਤਾ ਜਿਵੇਂ ਕਿ ਕੁਝ ਵੀ ਮਤਲਬ ਮੈਂ ਸਰਚ ਕਰਨਾ ਚਾਹੁੰਦਾ, ਮੈਂ ਲਿਖਤਾ, ਚਲੋ ਮੈਂ ਲਿਖਤਾ ਕਿ ਪੋਲਿਟੀ MCQ, ਪੋਲਿਟੀ ਦੇ MCQ ਮੈਂ ਕਰਨੇ ਆ। ਹੁਣ ਪੋਲਿਟੀ ਦੇ MCQ ਡਾਇਰੈਕਟ ਉਹ ਕਿਸੇ ਵੈਬਸਾਈਟ ਤੇ ਨਹੀਂ ਜਾਊਗਾ ਜਾਂ ਕਿਸੇ ਚੈਨਲ ਤੇ ਨਹੀਂ ਜਾਊਗਾ, ਉਹ ਪਹਿਲਾਂ ਸਭ ਤੋਂ ਪਹਿਲਾਂ ਡਾਟਾਬੇਸ ਦੇ ਵਿੱਚ ਚੈੱਕ ਕਰੂਗਾ ਵੀ ਆਲਰੇਡੀ ਮੇਰੇ ਡਾਟਾਬੇਸ ਦੇ ਵਿੱਚ ਇਸ ਕੀਵਰਡ ਮਤਲਬ ਪੋਲਿਟੀ MCQ ਦੇ ਰਿਲੇਟਡ ਕੋਈ ਚੀਜ਼ ਪਈ ਹੈ। ਜੇ ਪਈ ਹੈ ਤਾਂ ਪਹਿਲਾਂ ਉਹਨੂੰ ਸ਼ੋ ਕਰੂਗਾ, ਜੇ ਨਹੀਂ ਪਈ ਫਿਰ ਉਹ ਵੈਬ ਤੇ ਜਾ ਕੇ ਕੀ ਕਰੂਗਾ, ਸਰਚ ਕਰੂਗਾ ਉਸ ਕੀਵਰਡ ਨੂੰ, ਪਹਿਲਾਂ ਡਾਟਾਬੇਸ ਦੇ ਵਿੱਚ ਦੇਖੂਗਾ, ਠੀਕ ਹੈ ਜੀ। ਨੈਕਸਟ ਚੱਲਦੇ ਹਾਂ ਜੀ ਆਪਾਂ। ਕਹਿੰਦਾ ਇਟ ਦੈਨ ਯੂਜ਼ ਦਾ ਸੌਫਟਵੇਅਰ ਟੂ ਸਰਚ ਫॉर ਦਾ ਇਨਫੋਰਮੇਸ਼ਨ। ਮੰਨ ਲਓ ਜੇ ਉਹ ਇਨਫੋਰਮੇਸ਼ਨ ਨਹੀਂ ਪਈ ਡਾਟਾਬੇਸ ਦੇ ਵਿੱਚ, ਫਿਰ ਉਹ ਕਿਹੜੇ ਸੌਫਟਵੇਅਰ ਦਾ ਕੰਮ ਹੈ, ਉਹ ਕੰਮ ਹੈਗਾ ਜੀ ਵੈਬ ਕਰੈਲਰ ਦਾ, ਜਿਹਨੂੰ ਆਪਾਂ ਸਪਾਈਡਰ ਕਹਿ ਦਿੰਦੇ ਆ। ਫਿਰ ਉਹ ਸਪਾਈਡਰਿੰਗ ਕਰੂਗਾ, ਜਸੂਸੀ ਕਰੂਗਾ ਅਲੱਗ-ਅਲੱਗ ਵੈਬ ਪੇਜ ਤੇ ਜਾ ਕੇ ਵੀ ਕਿੱਥੇ ਇਹਦੇ ਰਿਲੇਟਡ ਡਾਟਾ ਪਿਆ ਜੋ ਆਪਾਂ ਕੀਵਰਡ ਸਰਚ ਕੀਤਾ। ਕਹਿੰਦਾ ਜਦੋਂ ਉਹ ਜਿਹੜਾ ਸਪਾਈਡਰ ਹੈਗਾ ਕਹਿੰਦਾ ਵੈਬ ਪੇਜ ਫਾਈਂਡ ਕਰ ਲੂਗਾ ਜਿੱਥੇ ਡਾਟਾ ਪਿਆ ਹੋਊਗਾ, ਫਿਰ ਸਰਚ ਇੰਜਨ ਕੀ ਕਰੂਗਾ, ਕਹਿੰਦਾ ਸਰਚ ਇੰਜਨ ਆਪਾਂ ਨੂੰ ਕੀ ਕਰ ਦੂਗਾ, ਸ਼ੋ ਕਰ ਦੂਗਾ ਦੈਟ ਵੈਬ ਪੇਜ, ਦੈਟ ਰੈਲੇਵੈਂਟ ਵੈਬ ਪੇਜ ਜਿਹਦੇ ਵਿੱਚ ਕੀ ਪਏ ਹੋਣਗੇ ਆਪਣੇ ਉਹ ਕੀਵਰਡ ਪਏ ਹੋਣਗੇ ਪੋਲਿਟੀ MCQ, ਠੀਕ ਹੈ ਜੀ। ਤਾਂ ਜੋ ਵੀ ਉਹਦੇ ਰਿਲੇਟਡ ਹੈਗਾ, ਠੀਕ ਹੈ ਜੀ, ਉਹ ਆਪਾਂ ਨੂੰ ਕੀ ਆ ਜਾਊਗਾ, ਆਪਣੇ ਸਾਹਮਣੇ ਸ਼ੋ ਹੋ ਜਾਊਗਾ। ਚਲੋ ਤੁਸੀਂ ਸਰਚਿੰਗ ਤਾਂ ਤੁਸੀਂ ਕਰਦੇ ਹੀ ਰਹਿੰਦੇ, ਤੁਹਾਨੂੰ ਪਤਾ ਹੀ ਹੈ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਹੁਣ ਇਹਦੇ ਵਿੱਚ ਜਿਹੜੇ ਆਪਾਂ ਮੇਜਰ ਫੰਕਸ਼ਨ ਦੇਖਦੇ ਹਾਂ। ਹੁਣ ਫੰਕਸ਼ਨਿੰਗ ਕਿਹੜੀ ਕਰਦਾ, ਕੰਪੋਨੈਂਟ ਪੜ੍ਹ ਲਏ ਆਪਾਂ, ਤਾਂ ਕੰਪੋਨੈਂਟ ਪੜ੍ਹਨ ਤੋਂ ਬਾਅਦ ਫੰਕਸ਼ਨਿੰਗ ਕੀ ਕਰੂਗਾ, ਪਹਿਲਾਂ ਕ੍ਰੈਵਲਿੰਗ ਕਰੂਗਾ। ਕ੍ਰੈਵਲਿੰਗ ਦਾ ਮਤਲਬ ਤੁਹਾਨੂੰ ਦੱਸਤਾ ਸਪਾਈਡਰਿੰਗ ਕਰਨਾ, ਜਾਂ ਕਹਿੰਦਾ ਜੀ ਡਿਸਕਵਰਿੰਗ ਇਨਫੋਰਮੇਸ਼ਨ ਔਨ ਦਾ ਵੈਬ ਪੇਜ। ਤੁਹਾਨੂੰ ਮੈਂ ਦੱਸਤਾ ਵੀ ਇਹ ਕ੍ਰੈਵਲਿੰਗ ਕਰਦਾ। ਕ੍ਰੈਵਲਿੰਗ ਦਾ ਮਤਲਬ ਹੁਣ ਤੁਹਾਨੂੰ ਮੈਂ ਦੱਸਤਾ ਵੀ ਡਿਸਕਵਰਿੰਗ ਕਰਨਾ, ਸਰਚ ਕਰਨਾ। ਕਹਿੰਦਾ ਜੀ ਐਵਰੀ ਸਰਚ ਇੰਜਨ ਹੈਜ਼ ਦਾ ਵਾਈਟਲ ਸੌਫਟਵੇਅਰ। ਹਰੇਕ ਸਰਚ ਇੰਜਨ ਕੋਲੇ ਆਪਣਾ ਸੌਫਟਵੇਅਰ ਹੁੰਦਾ ਜਿਹਨੂੰ ਆਪਾਂ ਕਰੈਲਰ ਕਹਿੰਦੇ ਆ, ਜਾਂ ਸਪਾਈਡਰ ਕਹਿ ਦਿੰਦੇ ਆ, ਜਾਂ ਬੋਟ ਕਹਿ ਦਿੰਦੇ ਆ, ਜਾਂ ਕ੍ਰੈਵਲਸ ਕਹਿ ਸਕਦੇ ਆ। ਕਹਿੰਦਾ ਜੀ ਈਚ ਆਫ ਯੂਅਰ ਵੈਬ ਪੇਜ ਸਟੋਰਿੰਗ ਇਟ ਕੰਟੈਂਟ ਟੂ ਦਾ ਸਰਚ ਇੰਜਨ ਡਾਟਾਬੇਸ। ਤਾਂ ਸਰਚ ਇੰਜਨ ਡਾਟਾਬੇਸ ਦੇ ਵਿੱਚ ਕੀ ਹੁੰਦੇ ਨੇ, ਕੰਟੈਂਟ ਸਟੋਰ ਹੁੰਦੇ ਨੇ। ਤਾਂ ਕਹਿੰਦਾ ਜਿਹੜਾ ਸਪਾਈਡਰਿੰਗ ਹੁੰਦਾ ਜਾਂ ਸੌਰੀ ਕ੍ਰੈਵਲਰ ਹੁੰਦਾ ਜਿਹੜਾ ਉਹ ਕੀ ਕਰਦਾ, ਕਹਿੰਦਾ ਸਕੈਨ ਕਰਦਾ। ਨਵੇਂ ਕੰਟੈਂਟ ਨੂੰ ਸਕੈਨ ਕਰਨ ਵਾਸਤੇ ਉਹ ਵੈਬ ਪੇਜ ਤੇ ਜਾਂਦਾ ਹੈ ਤੇ ਪੁਰਾਣੇ ਨੂੰ ਸਕੈਨ ਕਰਨ ਵਾਸਤੇ ਡਾਟਾਬੇਸ ਦੇ ਵਿੱਚ ਜਾਂਦਾ ਹੈ, ਠੀਕ ਹੈ ਜੀ। ਹੁਣ ਮਤਲਬ ਕੀ ਕਹਿੰਦਾ ਜੀ, ਕਹਿੰਦਾ the boot travel all the content on the web page often several website at a time following each and every hyperlink। ਤਾਂ ਕਹਿਣ ਦਾ ਮਤਲਬ ਜੋ ਆਪਾਂ ਕੀਵਰਡ ਉੱਥੇ ਸਰਚ ਕਰਦੇ ਆ, ਜੋ ਕੀਵਰਡ ਆਪਾਂ ਉੱਥੇ ਪੁੱਟ ਕਰਦੇ ਆ ਜਿਹਦੇ ਰਿਲੇਟਡ ਆਪਾਂ ਨੂੰ ਇਨਫੋਰਮੇਸ਼ਨ ਚਾਹੀਦੀ ਹੈ, ਇਹ ਉਹਦੇ ਰਿਲੇਟਡ ਕੋਈ ਵੀ ਵੈਬ ਪੇਜ ਨੂੰ ਮਿਲਦਾ, ਕੋਈ ਵੈਬਸਾਈਟ ਮਿਲਦੀ ਹੈ, ਕੋਈ ਲਿੰਕ ਮਿਲਦਾ, ਕੋਈ ਫੋਟੋ ਮਿਲਦੀ ਹੈ, ਕੁਝ ਵੀ ਇਹਨੂੰ ਚੀਜ਼ ਮਿਲ ਗਈ ਇਹਨੇ ਤੁਹਾਡੇ ਸਾਹਮਣੇ ਪੇਸ਼ ਕਰ ਦੇਣੀ ਹੈ, ਠੀਕ ਹੈ, ਕਿਉਂਕਿ ਇਹ ਸਰਚਿੰਗ ਕਰਦਾ ਔਨ ਦੀ ਬੇਸਿਸ ਆਫ ਕੀਵਰਡਸ, ਠੀਕ ਹੈ ਜੀ। ਅੱਗੇ ਫਿਰ ਇੰਡੈਕਸਿੰਗ ਵੀ ਕਰੂਗਾ, ਉਹ ਆਪਾਂ ਅੱਗੇ ਦੇਖਦੇ ਹਾਂ। ਤਾਂ ਪਹਿਲਾਂ ਕੀ ਕਰਦਾ ਜੀ, ਕ੍ਰੈਵਲਿੰਗ ਕਰਦਾ, ਠੀਕ ਹੈ, ਇਹ ਤੁਸੀਂ ਪੜ੍ਹ ਲਿਓ, ਪੰਜਾਬੀ 'ਚ ਵੀ ਲਿਖਿਆ ਗਿਆ। ਇਸ ਤੋਂ ਬਾਅਦ ਇੰਡੈਕਸਿੰਗ ਕਰਦਾ।
ਹੁਣ ਦੇਖੋ ਡਾਟਾ ਤਾਂ ਬਹੁਤ ਪਿਆ ਆਪਣੇ ਕੋਲੇ। ਹੁਣ ਦੇਖੋ ਇੰਨਾ ਹਿਊਜ ਡਾਟਾਬੇਸ ਆਪਣੇ ਜਿਹੜਾ ਇੰਟਰਨੈਟ ਦਾ ਹੈਗਾ ਹੈ। ਹੁਣ ਉਹਦੇ ਵਿੱਚੋਂ ਕਿਹੜਾ ਟੌਪ ਤੇ ਆਊਗਾ ਕਿਹੜਾ ਬਾਟਮ ਤੇ ਆਊਗਾ, ਉਹਦੇ ਵਾਸਤੇ ਇੰਡੈਕਸਿੰਗ ਕਰਨੀ ਪਊਗੀ ਵੀ ਜਿਹੜੀ ਜ਼ਿਆਦਾ ਯੂਜ਼ਫੁਲ ਇਨਫੋਰਮੇਸ਼ਨ ਹੋਊਗੀ ਉਹ ਟੌਪ ਤੇ ਆ ਜਾਊਗੀ। ਜਿਵੇਂ ਆਪਾਂ ਹੁਣ ਦੇਖੋ ਆ ਤੁਹਾਨੂੰ ਮੈਂ ਚਲੋ ਇੱਕ ਕਰਕੇ ਦਿਖਾਉਣਾ, ਵੈਸੇ ਤਾਂ ਆਪਣੇ ਕੀਤਾ ਹੀ ਹੋਊਗਾ। ਆ ਦੇਖੋ ਮੈਂ ਗੂਗਲ ਤੇ ਸਰਚਿੰਗ ਕਰਕੇ ਦਿਖਾਉਣਾ ਤੁਹਾਨੂੰ ਮੈਂ, ਠੀਕ ਹੈ, ਤੁਹਾਨੂੰ ਇਹ ਚੀਜ਼ ਥੋੜੀ ਸਮਝ ਆ ਜਾਊਗੀ। ਹੁਣ ਮੰਨ ਲਓ ਅੱਜ ਮੈਂ ਗੂਗਲ ਹੈ, ਮੈਂ ਇੱਥੇ ਗੂਗਲ ਤੇ ਸਰਚ ਕਰਦਾ, ਠੀਕ ਹੈ ਜੀ, ਮੈਂ ਇੱਥੇ ਲਿਖਦਾ google.com। ਹੁਣ ਮੰਨ ਲਓ ਮੈਂ ਇੱਥੇ ਕੁਝ ਵੀ ਸਰਚ ਕਰਦਾ, ਮੈਂ ਲਿਖ ਦਿੰਦਾ ਕੰਪਿਊਟਰ ਐਮਸੀਕਿਊ, ਕੁਝ ਵੀ ਲਿਖ ਦਿਓ, ਮੰਨ ਲਓ ਮੈਂ ਕੰਪਿਊਟਰ ਹੀ ਇਕੱਲਾ ਵਰਡ ਲਿਖ ਦਿੰਦਾ, ਤਾਂ ਕੰਪਿਊਟਰ ਮੈਂ ਸਰਚ ਕਰ ਰਿਹਾ, ਠੀਕ ਹੈ। ਤਾਂ ਦੇਖੋ ਸਭ ਤੋਂ ਉੱਪਰ ਕੰਪਿਊਟਰ ਵਿਕੀਪੀਡੀਆ ਆ ਗਿਆ, ਤਾਂ ਮਤਲਬ ਵਿਕੀਪੀਡੀਆ ਦੀ ਇੰਡੈਕਸਿੰਗ ਜ਼ਿਆਦਾ ਹੈ, ਮੈਂ ਟੌਪ ਤੇ ਆ ਗਿਆ। ਉਸ ਤੋਂ ਬਾਅਦ ਅਗਰ ਆਪਾਂ ਥੱਲੇ ਚਲੇ ਜਾਵਾਂਗੇ ਹੋਰ ਵੀ ਆ ਜਾਊਗਾ, ਦੇਖੋ ਆਹ ਵੈਬਸਾਈਟ ਆ ਗਈ ਹੈ। ਉਹ ਥੱਲੇ ਜਾਵਾਂਗੇ, ਦੇਖੋ ਫੋਟੋਜ਼ ਆ ਗਈਆਂ ਨੇ, ਆ ਫੋਟੋ ਆ ਗਈਆਂ ਦੇ ਰਿਲੇਟਡ। ਥੱਲੇ ਜਾਈ ਜਾਵਾਂਗੇ ਐਮਾਜ਼ੋਨ ਤੇ ਆ ਗਿਆ, ਇਕੋ ਇਕੋ ਕੰਪਿਊਟਰ ਨੋਟ.com ਆ ਗਿਆ। ਕਹਿਣ ਦਾ ਮਤਲਬ ਹਰ ਇੱਕ ਚੀਜ਼ ਇਹਨੇ ਖੋਲਤੀ, ਬਟ ਇੰਡੈਕਸਿੰਗ ਵੀ ਤਾਂ ਕਰਨੀ ਪਊਗੀ, ਕਿਹੜੀ ਚੀਜ਼ ਟੌਪ ਤੇ ਆਊਗੀ ਕਿਹੜੀ ਬਾਟਮ ਤੇ ਆਊਗੀ, ਉਹਨੂੰ ਕਹਿ ਦਾਂਗੇ ਆਪਾਂ ਇੰਡੈਕਸਿੰਗ ਕਰਨੀ। ਕਹਿੰਦਾ ਜੀ ਕ੍ਰੀਏਸ਼ਨ ਆਫ ਇੰਡੈਕਸ ਡਾਟਾਬੇਸ। ਕਹਿੰਦਾ ਜਦੋਂ ਆਪਾਂ ਨੂੰ ਕੰਟੈਂਟ ਮਿਲ ਗਿਆ, ਜਿਵੇਂ ਆਪਾਂ ਸਪਾਈਡਰਿੰਗ ਕਰ ਲਈ, ਕਰੈਵਲਿੰਗ ਕਰ ਲਈ, ਆਪਣੇ ਕੋਲੇ ਬਹੁਤ ਸਾਰੇ ਵੈਬ ਪੇजेस ਮਤਲਬ ਕਿ ਆਪਾਂ ਨੂੰ ਸ਼ੋ ਹੋ ਗਏ। ਹੁਣ ਕੀ ਕਰਾਂਗੇ, ਕਹਿੰਦਾ ਜੀ ਆਫਟਰ ਕੰਟੈਂਟ ਆਫ ਦਾ ਵੈਬ ਪੇजेस ਆਰ ਕਰੈਵਲਡ ਦੇ ਨਾਓ ਹੈਵ ਟੂ ਬੀ ਇੰਡੈਕਸਡ ਬੇਸਡ ਔਨ ਦਾ ਅਕਰੈਂਸ ਵੇਰੀਅਸ ਕੀਵਰਡ। ਤਾਂ ਹੁਣ ਕਹਿੰਦਾ ਜੀ ਜਦੋਂ ਆਪਣੇ ਕੋਲ ਇੰਨੇ ਸਾਰੇ ਢੇਰ ਸਾਰੇ ਵੈਬ ਪੇਜ ਆ ਗਏ ਹੈ, ਉਹਨਾਂ ਨੂੰ ਆਪਾਂ ਕੀ ਕਰਾਂਗੇ, ਇੰਡੈਕਸਿੰਗ ਕਰਾਂਗੇ ਕਿਹਦੇ ਬੇਸ ਦੇ ਉੱਪਰ, ਕੀਵਰਡਸ ਦੇ ਬੇਸ ਦੇ ਉੱਪਰ, ਵੀ ਜਿਹਦੇ ਵਿੱਚੋਂ ਜ਼ਿਆਦਾ ਕੀਵਰਡ ਕੀ ਹੋ ਰਿਹਾ, ਮੈਚ ਹੋ ਰਿਹਾ, ਠੀਕ ਹੈ ਜੀ। ਕਹਿੰਦਾ ਜੀ ਦਿਸ ਵੁੱਡ ਇਨਕਰੀਜ਼ ਦਾ ਐਫੀਸ਼ੀਐਂਸੀ ਆਫ ਦਾ ਸਰਚ ਇੰਜਨ। ਜੇ ਆਪਾਂ ਇੰਡੈਕਸਿੰਗ ਕਰਾਂਗੇ ਤਾਂ ਹੀ ਜਿਹੜਾ ਸਰਚ ਇੰਜਨ ਹੈਗਾ ਆਪਣਾ ਮੋਰ ਸਕਸੈਸਫੁਲ ਹੋਊਗਾ, ਮੋਰ ਕੀ ਹੋਊਗਾ, ਐਫੀਸ਼ੀਐਂਟ ਹੋਊਗਾ। ਕਹਿੰਦਾ ਜੀ ਐਕੂਰੇਟਲੀ, ਕਹਿੰਦਾ ਫੈਚਿੰਗ ਦਾ ਇਨਫੋਰਮੇਸ਼ਨ ਕੋਰਸਪੋਂਡਿੰਗ ਟੂ ਦਾ ਪਾਰਟਿਕੂਲਰ ਕੁਐਰੀ ਇਨ ਦਾ ਸ਼ਾਰਟ ਸਪੈਨ ਆਫ ਟਾਈਮ। ਕਿਉਂਕਿ ਯੂਜ਼ਰ ਕੋਲੇ ਟਾਈਮ ਨਹੀਂ ਹੁੰਦਾ, ਹਰੇਕ ਬੰਦਾ ਕਹਿੰਦਾ ਯਾਰ ਮੇਰੇ ਕੋਲ ਟਾਈਮ ਨਹੀਂ ਹੈਗਾ, ਮੈਂ ਸ਼ਾਰਟ ਦੇ ਵਿੱਚ ਦੇਖਦਾ ਵੀ ਕਿੱਥੇ ਕੀ ਚੀਜ਼ ਪਈ ਹੈ, ਤਾਂ ਆਪਾਂ ਘੱਟ ਸਮੇਂ ਦੇ ਵਿੱਚ ਉਹਨੂੰ ਵਧੀਆ ਚੀਜ਼ ਪੇਸ਼ ਕਰਨੀ ਹੁੰਦੀ ਹੈ। ਕਹਿੰਦਾ ਜੀ ਐਵਰੀ ਕੁਐਰੀ ਗਿਵਨ ਬਾय ਦਾ ਯੂਜ਼ਰ ਵਿਲ ਕੰਸਿਸਟ ਆਫ ਅ ਫਿਊ ਫਰੇਜ਼ਸ ਔਰ ਕੀਵਰਡਸ। ਕੁਝ ਕੀਵਰਡਸ ਹੋਣਗੇ। ਤਾਂ ਕਹਿੰਦਾ ਜਿਹੜਾ ਇੰਡੈਕਸਿੰਗ ਜਦੋਂ ਆਪਾਂ ਕਰਦੇ ਆ ਨਾ, ਜਦੋਂ ਆਪਾਂ ਇੰਡੈਕਸਿੰਗ ਕਰਦੇ ਆ, ਕੌਣ ਕਰਦਾ ਇੰਡੈਕਸਿੰਗ, ਸਰਚ ਇੰਜਨ ਦੇ ਜਿਹੜੇ ਪਿੱਛੇ ਐਲਗੋਰਿਥਮ ਹੁੰਦੇ ਆ, ਉਹ ਐਲਗੋਰਿਥਮ ਮੈਂ ਕਿਹੜੇ ਕਿਹੜੇ ਹੁੰਦੇ ਅੱਗੇ ਜਾ ਕੇ ਦੱਸੂਗਾ। ਤਾਂ ਉਹ ਕੀ ਕਰਦੇ ਨੇ, ਕਹਿੰਦਾ ਜੀ ਜਿਹੜੇ ਕਾਮਨ ਆਰਟੀਕਲ ਹੁੰਦੇ ਨਾ ਆਪਣੇ ਏ ਐਂਡ ਦਾ, ਇਹਨੂੰ ਤਾਂ ਇਗਨੋਰ ਕਰ ਦਿੰਦੇ ਆ, ਠੀਕ ਹੈ, ਇਹ ਚੀਜ਼ ਨੂੰ ਇਗਨੋਰ ਕਰ ਦਿੰਦੇ ਆ। ਬਾਕੀ ਜਿਹੜਾ ਡਾਟਾ ਹੁੰਦਾ ਉਹਨੂੰ ਕੀ ਕਰ ਲੈਂਦੇ ਆ, ਆਰਗੇਨਾਈਜ਼ਡ ਮੈਨਰ ਦੇ ਵਿੱਚ ਕੀ ਕਰ ਲੈਂਦੇ ਆ, ਸਟੋਰ ਕਰ ਲੈਂਦੇ ਆ, ਉਹਦੇ ਉੱਪਰ ਉਹਦੇ ਬੇਸ ਦੇ ਉੱਪਰ ਕੀ ਹੁੰਦੀ ਹੈ, ਇੰਡੈਕਸਿੰਗ ਹੁੰਦੀ ਹੈ। ਤਾਂ ਜਿਹੜੇ ਆਪਣੇ ਆਰਟੀਕਲ ਹੁੰਦੇ ਇਹਨਾਂ ਨੂੰ ਇਗਨੋਰ ਮਾਰਿਆ ਜਾਂਦਾ ਹੈ, ਠੀਕ ਹੈ ਜੀ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਇੰਡੈਕਸਿੰਗ ਹੋ ਗਈ। ਇੰਡੈਕਸਿੰਗ ਤੋਂ ਦੇਖੋ ਇੰਡੈਕਸਿੰਗ ਦੇ ਵਿੱਚ ਆਪਾਂ ਦੇਖ ਲੈਂਦੇ, ਕਹਿੰਦਾ ਜੀ ਸਰਚ ਇੰਜਨ, ਕਹਿੰਦਾ ਡਿਜ਼ਾਈਨਰ ਡਿਵੈਲਪ ਸਰਚ ਐਲਗੋਰਿਥਮ। ਹੁਣ ਜਿਹੜੇ ਸਰਚ ਐਲਗੋਰਿਥਮ ਹੋਣਗੇ ਰਾਜੇ, ਕਹਿੰਦਾ ਦੈਟ ਸਰਚ ਫॉर ਕੰਟੈਂਟ ਬਾਈ ਲੁਕਿੰਗ ਦਾ ਮੈਚ ਬਿਟਵੀਨ ਦਾ ਕੀਵਰਡ entered by the user with those found within the web page content। ਹੁਣ ਦੇਖੋ ਜੋ ਕੀਵਰਡ ਮੈਂ ਇੱਥੇ ਲਿਖਿਆ, ਮੰਨ ਲਓ ਕੰਪਿਊਟਰ ਲਿਖਿਆ ਸੀਗਾ, ਜੋ ਕੀਵਰਡ ਮੈਂ ਲਿਖਿਆ ਤੇ ਜੋ ਡਾਟਾ ਉਹ ਜਿਹੜਾ ਵੈਬ ਕਰੈਵਲਰ ਹੈਗਾ ਲੈ ਕੇ ਆਇਆ, ਉਹਦੇ ਨਾਲ ਮੈਚਿੰਗ ਹੋਊਗੀ ਵੀ ਉਹਦੇ ਨਾਲ ਕਿੰਨਾ ਕੁ ਮੈਚ ਹੋ ਰਿਹਾ, ਠੀਕ ਹੈ। ਉਹ ਮੈਚਿੰਗ ਕੌਣ ਕਰੂਗਾ, ਐਲਗੋਰਿਥਮ ਕਰਨਗੇ। ਜੇ ਤਾਂ ਗੁੱਡ ਮੈਚ ਹੋਊਗਾ, ਠੀਕ ਹੈ, ਜੇ ਜ਼ਿਆਦਾ ਮੈਚ ਹੋ ਰਿਹਾ ਤਾਂ ਮਤਲਬ ਕੀ ਕਿ ਆਪਣਾ ਜਿਹੜਾ ਸਰਚ ਇੰਜਨ ਹੈਗਾ ਉਹ ਕੀ ਹੈ, ਐਕੂਰੇਟਲੀ ਕੰਮ ਕਰ ਰਿਹਾ, ਐਫੀਸ਼ੀਐਂਟਲੀ ਕੰਮ ਕਰ ਰਿਹਾ, ਠੀਕ ਹੈ ਜੀ। ਤਾਂ ਨੈਕਸਟ ਚੱਲਦੇ ਆ ਜੀ ਆਪਾਂ। ਹੁਣ ਪਿੱਛੇ ਆਪਾਂ ਪੜ੍ਹ ਲਿਆ ਜੀ, ਹੁਣ ਆਪਾਂ ਦੇਖਦੇ ਹਾਂ ਜੀ ਅਗਲਾ ਇੰਡੈਕਸਿੰਗ ਪ੍ਰੋਸੈਸ। ਹੁਣ ਜਿਹੜੀ ਇੰਡੈਕਸਿੰਗ ਹੁੰਦੀ ਹੈ ਰਾਜੇ, ਇੰਡੈਕਸਿੰਗ ਵੀ ਦੇਖੋ ਕਿਸੇ ਨਾ ਕਿਸੇ ਫੈਕਟਰ ਦੇ ਉੱਪਰ ਹੋਊਗੀ। ਤਾਂ ਜਿਹੜੀ ਇਹ ਤਿੰਨ ਦੇ ਉੱਪਰ ਹੁੰਦੀ, ਇੱਕ ਹੁੰਦਾ ਟੈਕਸਟ ਐਕੁਜੀਸ਼ਨਸ, ਇੱਕ ਹੁੰਦਾ ਜੀ ਟੈਕਸਟ ਟ੍ਰਾਂਸਫਰਮੇਸ਼ਨ, ਇੱਕ ਹੁੰਦਾ ਜੀ ਇੰਡੈਕਸ ਕ੍ਰੀਏਸ਼ਨ। ਤਾਂ ਹੁਣ ਆਪਾਂ ਦੇਖਦੇ ਹਾਂ ਤਿੰਨੇ, ਵੈਸੇ ਡਿਟੇਲ ਚ ਜਾਣ ਦੀ ਜ਼ਰੂਰਤ ਨਹੀਂ ਹੈਗੀ, ਇੱਕ ਲਾਈਨ ਦੇ ਵਿੱਚ ਪੜ੍ਹ ਲੈਂਦੇ ਆ। ਬੇਸਿਕਲੀ ਸਭ ਤੋਂ ਪਹਿਲਾਂ ਕਹਿੰਦਾ ਜੀ ਇਟ ਆਇਡੈਂਟੀਫਾਈਡ ਐਂਡ ਸਟੋਰ ਡਾਕੂਮੈਂਟ ਫॉर ਇੰਡੈਕਸਿੰਗ। ਪਹਿਲਾਂ ਕੀ ਕਰੂਗਾ, ਜਦੋਂ ਉਹ ਸਰਚ ਕਰਕੇ ਲਿਆਊਗਾ ਉਹਨੂੰ ਸਟੋਰ ਕਰ ਲੂਗਾ ਡਾਟਾਬੇਸ ਦੇ ਵਿੱਚ। ਸਟੋਰ ਕਰਨ ਤੋਂ ਬਾਅਦ ਕੀ ਕਰੂਗਾ ਜੀ, ਕਹਿੰਦਾ ਜੀ ਇਹਨੂੰ ਟ੍ਰਾਂਸਫਰ ਕਰੂਗਾ ਡਾਕੂਮੈਂਟ ਨੂੰ, ਕਿਹੜੀ ਫਾਰਮ ਦੇ ਵਿੱਚ, ਇੰਡੈਕਸਿੰਗ ਦੀ ਫਾਰਮ ਦੇ ਵਿੱਚ। ਉਹ ਇੰਡੈਕਸਿੰਗ ਦੀ ਫਾਰਮ ਵਿੱਚ ਜਦੋਂ ਉਹਨੂੰ ਕਰ ਲੂਗਾ, ਐਲਗੋਰਿਥਮ ਲਗਾ ਕੇ ਕਰੂਗਾ, ਠੀਕ ਹੈ। ਉਹ ਕਿਵੇਂ ਕਰੂਗਾ ਅੱਗੇ ਦੱਸਦਾ ਮੈਂ। ਐਲਗੋਰਿਥਮ ਲਗਾ ਕੇ ਉਹਨੂੰ ਕੀ ਕਰ ਲੂਗਾ, ਚੇਂਜ ਕਰ ਲੂਗਾ ਇੰਡੈਕਸ ਦੀ ਫਾਰਮ ਦੇ ਵਿੱਚ। ਜਦੋਂ ਉਹ ਇੰਡੈਕਸ ਦੀ ਫਾਰਮ ਦੇ ਵਿੱਚ ਹੋ ਗਿਆ, ਮਤਲਬ ਕਿ ਉਹਨੂੰ ਡਾਟਾ ਨੂੰ ਇੰਡੈਕਸ ਦੀ ਫਾਰਮ ਦੇ ਵਿੱਚ ਰੱਖ ਲਿਆ, ਤਾਂ ਉਹਦੇ ਕੀ ਕਰਾਂਗੇ ਆਪਾਂ, ਕ੍ਰੀਏਟ ਕਰਾਂਗੇ ਇੰਡੈਕਸ। ਇੰਡੈਕਸ ਕਿਵੇਂ ਕ੍ਰੀਏਟ ਹੋਊਗਾ, ਕਿਹੜਾ ਵੀ ਟੌਪ ਤੇ ਜਾਊਗਾ ਕਿਹੜਾ ਬਾਟਮ ਤੇ ਜਾਊਗਾ। ਤਾਂ ਕਹਿੰਦਾ ਜੀ ਇਟ ਟੇਕ ਇੰਡੈਕਸ ਟਰਮ ਕ੍ਰੀਏਟਡ ਬਾਈ ਦਾ ਟੈਕਸਟ ਟ੍ਰਾਂਸਫਰਮੇਸ਼ਨ ਐਂਡ ਕ੍ਰੀਏਟ ਅ ਡਾਟਾ ਸਟਰਕਚਰ ਟੂ ਸਪੋਰਟ ਦਾ ਫਾਸਟ ਸਰਚਿੰਗ। ਆਪਾਂ ਇੰਡੈਕਸਿੰਗ ਕਰਦੇ ਕਦੋਂ ਆ, ਫਾਸਟ ਸਰਚਿੰਗ ਕਰਨ ਵਾਸਤੇ ਕਰਦੇ ਆ, ਠੀਕ ਹੈ ਜੀ। ਇਹ ਪੰਜਾਬੀ ਦੇ ਵਿੱਚ ਵੀ ਲਿਖਿਆ ਹੋਇਆ, ਠੀਕ ਹੈ ਜੀ। ਪਹਿਲਾਂ ਕੀ ਕਰੂਗਾ, ਉਹ ਵੈਬ ਪੇਜ ਨੂੰ ਲੈ ਕੇ ਆਊਗਾ, ਦਸਤਾਵੇਜ਼ ਨੂੰ ਲੈ ਕੇ ਆਊਗਾ, ਪਛਾਣ ਕਰੂਗਾ, ਪਹਿਲਾਂ ਸਟੋਰ ਕਰੂਗਾ। ਸਟੋਰ ਕਰਨ ਤੋਂ ਬਾਅਦ ਉਹਨੂੰ ਨਿਯਮਾਂ ਦੇ ਵਿੱਚ ਬਦਲੂਗਾ। ਕਹਿਣ ਦਾ ਮਤਲਬ ਕਿ ਜਿਹੜਾ ਟੈਕਸਟ ਨੂੰ ਕੀ ਕਰੂਗਾ, ਇੰਡੈਕਸਿੰਗ ਦੇ ਵਿੱਚ ਬਦਲ ਦੂਗਾ। ਬਦਲਣ ਤੋਂ ਬਾਅਦ ਕੀ ਬਣਾਊਗਾ, ਉਹਦਾ ਡਾਟਾਬੇਸ ਬਣਾ ਦੂਗਾ, ਮਤਲਬ ਕਿ ਉਹਦੀ ਇੰਡੈਕਸਿੰਗ ਕਰ ਦੂਗਾ, ਠੀਕ ਹੈ ਜੀ। ਹੁਣ ਆਹ ਕੁਐਸਚਨ ਆਇਆ ਹੋਇਆ ਤੁਹਾਨੂੰ, ਦੇਖੋ ਪਿਛਲੇ ਮੈਂ ਇਹ ਮੈਰਾਥਨ ਦੇ ਵਿੱਚ ਵੀ ਕਰਵਾਤਾ ਸੀਗਾ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਫੰਕਸ਼ਨ ਪਰਫਾਰਮਡ ਬਾय ਦਾ ਸਰਚ ਇੰਜਨ। ਸਪਾਈਡਰਿੰਗ ਕਰਦਾ, ਜਿਹਨੂੰ ਆਪਾਂ ਕਰੈਵਲਿੰਗ ਕਹਿ ਦਿੰਦੇ ਆ, ਇੰਡੈਕਸਿੰਗ ਕਰਦਾ, ਸਰਚਿੰਗ ਕਰਦਾ। ਤਾਂ ਇੱਥੇ 1 2 ਐਂਡ 3 ਆਨਸਰ ਆਉਣਾ ਸੀਗਾ। ਤਾਂ ਇਦਾਂ ਦੇ ਕੁਐਸਚਨ ਆ ਸਕਦੇ ਆ, ਤੁਹਾਨੂੰ ਕੋਈ ਜ਼ਿਆਦਾ ਡਿਟੇਲ 'ਚ ਨਹੀਂ ਜਾਊਗਾ। ਹੁਣ ਆ ਚਲੋ ਮੈਂ ਤੁਹਾਨੂੰ ਕਰਵਾਇਆ ਹੀ ਸੀਗਾ, ਤੈਨੂੰ ਦੱਸਿਆ ਸੀ ਨਾ, ਮੰਨ ਲਓ ਆਪਾਂ ਕੋਈ, ਮੰਨ ਲਓ ਸਰਚ ਇੰਜਨ ਤੇ ਜਾ ਕੇ ਆਪਾਂ ਕੀ ਕਰਦੇ ਆ, ਕੋਈ ਕੀਵਰਡ ਸਰਚ ਕਰਦੇ ਆ,
ਤਾਂ ਪਹਿਲਾਂ ਕੀ ਹੋਊਗੀ, ਸਭ ਤੋਂ ਪਹਿਲਾਂ ਕੀ ਹੋਊਗਾ, ਕ੍ਰੈਵਲਰ ਕੀ ਕਰੂਗਾ, ਸਰਚਿੰਗ ਕਰੂਗਾ, ਠੀਕ ਹੈ, ਕ੍ਰੈਵਲਿੰਗ ਕਰੂਗਾ ਤੇ ਵੱਖਰੀਆਂ ਵੈਬਸਾਈਟ ਨੂੰ ਕੀ ਕਰੂਗਾ, ਡਾਟਾ ਇਕੱਠਾ ਕਰੂਗਾ, ਇਕੱਠਾ ਕਰਨ ਤੋਂ ਬਾਅਦ ਕੀ ਕਰ ਦੂਗਾ, ਇੰਡੈਕਸਿੰਗ ਕਰ ਦੂਗਾ, ਠੀਕ ਹੈ ਜੀ। ਇਹ ਚੀਜ਼ਾਂ ਮੈਂ ਤੁਹਾਨੂੰ ਕਰਵਾਈਆਂ ਹੋਈਆਂ। ਹੁਣ ਅੱਗੇ ਆ ਗਿਆ ਜੀ ਥਰਡ ਜਿਹੜਾ ਫੰਕਸ਼ਨ ਮੇਨ ਪਰਫਾਰਮ ਕਰਦਾ, ਰਿਜ਼ਲਟ ਦਾ ਮਤਲਬ ਕੀ, ਹੁਣ ਆਪਾਂ ਨੂੰ ਡਾਟਾ ਤਾਂ ਬਹੁਤ ਆਪਣੇ ਕੋਲ ਹਿਊਜ ਆ ਗਿਆ, ਪਰ ਆਪਾਂ ਨੂੰ ਤਾਂ ਰੈਲੇਵੈਂਟ ਡਾਟਾ ਚਾਹੀਦਾ ਹੈ ਜਿਹੜਾ ਆਪਣੇ ਅਕੋਰਡਿੰਗ ਹੋਊਗਾ। ਤਾਂ ਕਹਿੰਦਾ ਜੀ ਡਿਫਰੈਂਟ ਹਾਈਪਰਲਿੰਕ ਡਿਸਪਲੇਡ ਆਫਟਰ ਯੂ ਸਰਚ ਏ ਪਾਰਟਿਕੂਲਰ ਕੀ ਔਰ ਫਰੇਜ਼, ਠੀਕ ਹੈ ਜੀ। ਜਦੋਂ ਆਪਾਂ ਕੋਈ ਚੀਜ਼ ਸਰਚ ਕਰਦੇ ਹਾਂ ਤਾਂ ਆਪਣੇ ਕੋਲੇ ਬਹੁਤ ਸਾਰਾ ਡਾਟਾ ਆ ਜਾਂਦਾ, ਡਿਸਪਲੇ ਹੋ ਜਾਂਦਾ ਹੈ। ਕਹਿੰਦਾ ਜੀ ਐਵਰੀ ਸਰਚ ਇੰਜਨ ਹੈਜ਼ ਇਟਸ ਓਨ ਐਲਗੋਰਿਥਮ that sort and display the most relevant data as a result। ਤਾਂ ਹਰੇਕ ਕੋਲੇ ਆਪਣੇ ਆਪਣੇ ਐਲਗੋਰਿਥਮ ਹੁੰਦੇ ਆ। ਜਿਵੇਂ ਹੁਣ ਕੁਐਸਚਨ ਪੁੱਛਿਆ ਗਿਆ ਸੀਗਾ ਵੀ ਜਿਹੜਾ ਗੂਗਲ ਹੈਗਾ ਉਹ ਕਿਹੜਾ ਯੂਜ਼ ਕਰਦਾ ਐਲਗੋਰਿਥਮ, ਉਹ ਕਰਦਾ ਜੀ ਪੇਜ ਰੈਂਕ। ਇਹ ਕੁਐਸਚਨ ਆਇਆ ਸੀਗਾ ਤੇ ਗੂਗਲ ਕਰਦਾ ਜੀ ਪੇਜ ਰੈਂਕ, ਠੀਕ ਹੈ ਜੀ। ਕਹਿੰਦਾ ਸੋ ਯੂ ਮੇ ਨਾਟ ਗੈਟ ਦਾ ਸੇਮ ਵੈਬਸਾਈਟ ਰੈਂਕਿੰਗ ਫॉर ਅ ਸਿੰਗਲ ਕੀਵਰਡ, ਹਨਾ। ਇਹ ਤਾਂ ਨਹੀਂ ਹੈਗਾ ਕਿ ਆਪਾਂ ਮੰਨ ਲਓ ਕੰਪਿਊਟਰ ਵਰਡ ਸਰਚ ਕੀਤਾ ਤੇ ਸੇਮ ਵੈਬਸਾਈਟ ਹੀ ਆਪਾਂ ਨੂੰ ਦਿਖ ਰਹੀ ਹੋਵੇ ਨਾ, ਕਦੇ ਵੀ ਸੇਮ ਨਹੀਂ ਦਿਖੂਗੀ, ਹਰ ਵਾਰੀ ਆਪਾਂ ਨੂੰ ਕੀ ਡਿਫਰੈਂਟ ਦਿਖੂਗੀ ਇੰਡੈਕਸਿੰਗ ਦੇ ਵਿੱਚ। ਕਹਿੰਦਾ ਜੀ ਐਜ਼ ਮੈਂਸ਼ਨਡ ਅਰਲੀਅਰ ਕੰਪੈਰੀਜ਼ਨ ਫॉर ਦਾ ਇਕੁਐਲਿਟੀ ਆਫ ਦਾ ਕੀਵਰਡ ਇਜ਼ ਡਨ ਬਾਈ ਦਾ ਐਲਗੋਰਿਥਮ ਯੂਜ਼ਿੰਗ ਦਾ ਇੰਡੈਕਸ। ਤਾਂ ਇੰਡੈਕਸਿੰਗ ਦੇ ਬੇਸ ਤੇ ਆਪਾਂ ਕੀ ਕਰਾਂਗੇ ਰਾਜੇ, ਜਿਹੜਾ ਰਿਜ਼ਲਟ ਹੋਊਗਾ ਉਹ ਆਪਾਂ ਨੂੰ ਰੈਲੇਵੈਂਟ ਦਿਖੂਗਾ, ਠੀਕ ਹੈ ਜੀ। ਇਹ ਜਿਹੜਾ ਆਪਣਾ ਕਹਿੰਦਾ ਜਿਹੜਾ ਵਰਕਿੰਗ ਹੁੰਦੀ ਹੈ ਐਲਗੋਰਿਥਮ ਦੀ, ਇਹ ਡਿਵੈਲਪਰ ਕਰਦੇ ਨੇ। ਡਿਵੈਲਪਰ ਦੇ ਵਿੱਚ ਬਹੁਤ ਜ਼ਿਆਦਾ ਇੱਕ ਡਿਫਿਕਲਟ ਜਾਂ ਕੰਪਲੈਕਸ ਟਾਸਕ ਮੰਨਿਆ ਜਾਂਦਾ ਹੈ। ਹੁਣ ਆਪਾਂ ਕਰ ਲਿਆ, ਹੁਣ ਆਪਾਂ ਦੇਖਦੇ ਹਾਂ ਐਲਗੋਰਿਥਮ ਹੁੰਦਾ ਕੀ ਹੈ ਰਾਜੇ। ਵੈਸੇ ਤੁਹਾਨੂੰ ਪਤਾ ਹੀ ਹੋਊਗਾ ਐਲਗੋਰਿਥਮ ਹੁੰਦਾ ਵੀ ਕਿਸੇ ਪਾਰਟਿਕੂਲਰ ਪ੍ਰੋਬਲਮ ਨੂੰ ਆਪਾਂ ਸੋਲਵ ਕਰਨਾ ਸਟੈਪ ਬਾय ਸਟੈਪ। ਹੁਣ ਜਿਵੇਂ ਮੰਨ ਲਓ, ਚਲੋ ਮੈਂ ਤੁਹਾਨੂੰ ਕਹਾਂ 2 ਨੰਬਰ ਦਾ ਸਮ ਕਰਨਾ, ਉਹਦਾ ਐਲਗੋਰਿਥਮ ਨਾਲ ਲਿਖਣਾ ਹੈ, ਤਾਂ ਮੈਂ ਕੀ ਲਿਖੂੰਗਾ, ਟੇਕ 2 ਨੰਬਰਸ, ਠੀਕ ਹੈ ਜੀ। ਫਿਰ ਕਹੂੰਗਾ ਮੈਂ ਸਮ ਆਫ ਜਾਂ ਐਡ 2 ਨੰਬਰ, ਮੈਂ ਕਹਿ ਦੂੰਗਾ ਐਡ 2 ਨੰਬਰ। ਥਰਡ ਮੈਂ ਕਹੂੰਗਾ ਸ਼ੋ ਦਾ ਰਿਜ਼ਲਟ। ਕਹਿਣ ਦਾ ਮਤਲਬ ਕੀ ਆ ਕਿ ਮੈਂ ਕਿਸੇ ਪ੍ਰੋਬਲਮ ਨੂੰ ਕੀ ਕਰਤਾ, ਸੋਲਵ ਕਰਤਾ ਸਟੈਪ ਬਾय ਸਟੈਪ। ਜਾਂ ਆਪਾਂ ਕਹਿੰਦੇ ਚਾਹ ਬਣਾਉਣ ਵਾਸਤੇ ਵੀ ਆਪਾਂ ਸਟੈਪ ਲਿਖ ਸਕਦੇ ਹਾਂ। ਤਾਂ ਕਹਿੰਦਾ ਜੀ ਐਲਗੋਰਿਥਮ ਇਜ਼ ਅ ਪ੍ਰੋਸੀਜਰ ਟੂ ਸੋਲਵ ਅ ਪਾਰਟਿਕੂਲਰ ਪ੍ਰੋਬਲਮ ਇਨ ਦਾ, ਮਤਲਬ ਕਿਸੇ ਫਾਈਨਾਈਟ ਸਟੈਪ ਦੇ ਅਕੋਰਡਿੰਗ ਸਟੈਪ ਬਾय ਸਟੈਪ ਆਪਾਂ ਕਰਦੇ ਹਾਂ ਨਾ। ਕਹਿੰਦਾ ਜੀ ਹਰੇਕ ਐਲਗੋਰਿਥਮ ਦੇ ਵਿੱਚ ਕੀ ਹੋਊਗੀ ਰਾਜੇ, ਇੱਕ ਆਪਣੇ ਕੋਲ ਸਟਾਪਿੰਗ ਕੰਡੀਸ਼ਨ ਹੋਊਗੀ, ਹਨਾ। ਹੁਣ ਮੈਂ ਕਹਿ ਦਵਾਂ ਤੁਸੀਂ ਰੋਲ ਨੰਬਰ ਬੋਲਨੇ ਆ 0 ਤੋਂ ਲੈ ਕੇ 10 ਤੱਕ, ਜਾਂ ਨੰਬਰਿੰਗ ਕਾਊਂਟ ਕਰਨੀ 0 ਤੋਂ ਲੈ ਕੇ 10 ਤੱਕ, ਤਾਂ ਮੇਰੀ ਸਟਾਪਿੰਗ ਕੰਡੀਸ਼ਨ ਕੀ ਹੋਊਗੀ, 10 ਹੋਊਗੀ। ਤਾਂ ਹਰੇਕ ਦਾ ਕਿੰਨਾ ਕੀ ਹੋਊਗਾ, ਲਾਸਟ ਪੁਆਇੰਟ ਹੋਊਗਾ ਉਹਦਾ, ਉਹਦੀ ਡੈਸਟੀਨੇਸ਼ਨ ਹੋਊਗੀ, ਉਹਨੂੰ ਰੋਕਣ ਵਾਸਤੇ ਇੱਕ ਪੁਆਇੰਟ ਹੋਊਗਾ। ਤਾਂ ਕਹਿੰਦਾ ਜੀ ਹੁਣ ਆਪਾਂ ਦੇਖਦੇ ਹਾਂ ਜੀ ਸਮ ਐਲਗੋਰਿਥਮ ਜਿਹੜੇ ਯੂਜ਼ ਕੀਤੇ ਜਾਂਦੇ ਆ ਆਪਣੇ ਸਰਚ ਦੇ ਵਿੱਚ। ਤਾਂ ਇਹ ਹੈਗੇ ਨੇ ਬੇਟੇ, ਇੱਕ ਹੈਗਾ ਜੀ ਸਾਊਂਡੈਕਸ, ਮੈਟਾਫੋਨ, ਫੋਨੈਕਸ, ਵਰਡ ਸਟ੍ਰੀਮਿੰਗ, ਤੇ ਇੱਕ ਹੈਗਾ ਜੀ ਪੇਜ ਰੈਂਕ। ਪੇਜ ਰੈਂਕ ਤੁਹਾਨੂੰ ਮੈਂ ਦੱਸ ਹੀ ਦਿੱਤਾ। ਵੈਸੇ ਜਿਹੜੇ ਆਹ ਪੜ੍ਹ ਲੈਣੇ ਆਪਾਂ, ਇਹਨਾਂ ਤੋਂ ਵੀ ਇਹਨਾਂ ਦੋਵਾਂ ਤੋਂ ਵੀ ਕੁਐਸਚਨ ਆਇਆ ਹੋਇਆ, ਠੀਕ ਹੈ ਜੀ। ਇਹ ਮੈਂ ਤੁਹਾਨੂੰ ਦਿਖਾ ਵੀ ਦਊਂਗਾ, ਸ਼ਾਇਦ ਮੈਂ ਅੱਗੇ ਲਿਖਿਆ ਹੋਵੇ ਕੁਐਸਚਨ। ਤਾਂ ਪਹਿਲਾਂ ਆਪਾਂ ਕਰਦੇ ਹਾਂ ਪੇਜ ਰੈਂਕ ਦੀ। ਪੇਜ ਰੈਂਕ ਰਾਜੇ ਇੱਕ ਐਲਗੋਰਿਥਮ ਹੈ ਜਿਹੜਾ ਯੂਜ਼ ਕਰਦਾ ਗੂਗਲ। ਬਸ ਇਹ ਇੰਨਾ ਕੁ ਯਾਦ ਰੱਖਣਾ ਕਿ ਗੂਗਲ ਕਿਹੜਾ ਐਲਗੋਰਿਥਮ ਯੂਜ਼ ਕਰਦਾ ਇੰਡੈਕਸਿੰਗ ਵਾਸਤੇ, ਤਾਂ ਪੇਜ ਰੈਂਕ ਕਰਦਾ, PR। ਹੁਣ ਆਪਾਂ ਸਾਊਂਡੈਕਸ ਦੀ ਗੱਲ ਕਰਦੇ ਹਾਂ। ਹੁਣ ਜਿਹੜਾ ਸਾਊਂਡੈਕਸ ਹੋ ਗਿਆ, ਬਾਕੀ ਸਾਰੇ ਹੋ ਗਏ, ਤਾਂ ਕੋਈ ਵੀ ਕਰ ਸਕਦਾ, ਮਤਲਬ ਜਨਰਲ ਨੇ। ਪੇਜ ਰੈਂਕ ਸਪੈਸ਼ਲੀ ਗੂਗਲ ਵਾਸਤੇ ਹੈ। ਸਾਊਂਡੈਕਸ ਦਾ ਮਤਲਬ ਕੀ ਹੁੰਦਾ, ਸਾਊਂਡੈਕਸ ਦੇਖੋ, ਸਾਊਂਡ ਦਾ ਮਤਲਬ ਕੀ ਹੈ, ਆਵਾਜ਼, ਧੁਨੀ, ਠੀਕ ਹੈ। ਹੁਣ ਤੁਹਾਨੂੰ ਪਤਾ ਹੈ ਵੀ ਆਪਾਂ ਕੀ ਕਰਦੇ ਹਾਂ, ਦੇਖੋ ਸਰਚਿੰਗ ਕਰਦੇ ਹਾਂ ਤੇ ਆਪਾਂ ਕੋਈ ਟੈਕਸਟ ਲਿਖਤਾ, ਟੈਕਸਟ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਸਪੈਲਿੰਗ ਸਹੀ ਲਿਖੀਏ ਤਾਂ ਹੀ ਸਰਚਿੰਗ ਹੋਊਗੀ। ਆਪਾਂ ਸਪੈਲਿੰਗ ਗਲਤ ਲਿਖ ਰਹੇ ਤਾਂ ਵੀ ਸਰਚਿੰਗ ਹੋ ਜਾਂਦੀ ਹੈ। ਉਹਦਾ ਕਾਰਨ ਕੀ ਹੈ ਕਿ ਉਹ ਸਾਊਂਡ ਦੇ ਉੱਪਰ ਕੰਮ ਕਰਦਾ ਹੈ। ਹੁਣ ਜਿਵੇਂ ਮੈਂ ਬੋਲਤਾ, ਉੱਥੇ ਮੈਂ ਜਿਵੇਂ ਮੰਨ ਲਓ ਅੱਜ ਕੱਲ੍ਹ ਤਾਂ ਆਪਾਂ ਦੇਖੋ ਵਾਇਸ ਨਾਲ ਵੀ ਸਰਚ ਕਰਦੇ ਹਾਂ, ਸਾਰੇ ਤੁਸੀਂ ਕਰਦੇ ਹੋਵੋਗੇ ਮਾਈਕ੍ਰੋਫੋਨ ਨਾਲ। ਤਾਂ ਉੱਥੇ ਕੀ ਹੁੰਦਾ ਜੀ, ਜਾਂ ਆਪਾਂ ਟੈਕਸਟ ਵੀ ਲਿਖਦੇ ਹਾਂ। ਹੁਣ ਮੰਨ ਲਓ ਮੈਂ ਟੈਕਸਟ ਗਲਤ ਲਿਖਤਾ, ਹੁਣ ਮੰਨ ਲਓ ਮੈਂ ਕੰਪਿਊਟਰ ਲਿਖਣਾ ਸੀਗਾ, ਮੈਂ ਕੁਛ ਮੰਨ ਲਓ ਸਪੈਲਿੰਗ ਗਲਤ ਲਿਖਤੇ, ਮੈਂ ਕੰਪਿਊਟਰ ਨੂੰ CAMPTAR ਲਿਖਤਾ। ਲੇਕਿਨ ਜਦੋਂ ਇਹਦਾ ਸਾਊਂਡ ਦੇਖਾਂਗੇ ਤਾਂ ਕੀ ਆਊਗਾ, ਕੰਪਿਊਟਰ, ਮਤਲਬ ਸਾਊਂਡ ਬਿਲਕੁਲ ਮਿਲਦਾ ਜੁਲਦਾ ਹੈ। ਤਾਂ ਸਾਊਂਡ ਦੇ ਉੱਪਰ ਕੰਮ ਕਰਦਾ ਇਹ ਕੀ ਕਰਦਾ, ਜਿਹੜੇ ਸਪੈਲਿੰਗ ਮਿਸ ਹੁੰਦੇ ਜਾਂ ਐਰਰ ਵਾਲੇ ਸਪੈਲਿੰਗ ਹੁੰਦੇ, ਉਹਨੂੰ ਕੀ ਕਰ ਦਿੰਦਾ, ਇਗਨੋਰ ਕਰ ਦਿੰਦਾ। ਇਹ ਸਾਊਂਡ ਦੇ ਉੱਪਰ ਕੰਮ ਕਰਦਾ ਹੈ। ਕਹਿੰਦਾ ਇਟ ਇਜ਼ ਏ ਫੋਨੈਟਿਕ ਐਲਗੋਰਿਥਮ ਫॉर ਇੰਡੈਕਸਿੰਗ ਨੇਮ ਬਾय ਦਾ ਸਾਊਂਡ ਐਜ਼ ਪ੍ਰੋਨਾਊਂਸਡ ਇਨ ਦਾ ਇੰਗਲਿਸ਼ ਦੇ ਪ੍ਰੋਨਾਊਂਸੀਏਸ਼ਨ ਦੇ ਬੇਸ ਦੇ ਉੱਪਰ ਕੀ ਕਰੂਗਾ, ਇਹਨੂੰ ਸਰਚਿੰਗ ਕਰੂਗਾ, ਠੀਕ ਹੈ ਜੀ। ਹੁਣ ਕੀ ਕਹਿੰਦਾ ਜੀ, ਜਿਵੇਂ ਹੁਣ ਕਹਿੰਦਾ ਜੀ ਇਹ ਕੀ ਕਰੂਗਾ ਵੀ ਮੈਚ ਕਰੂਗਾ ਬਸ, ਠੀਕ ਹੈ। ਇਹਨੂੰ ਕੋਈ ਚੱਕਰ ਨਹੀਂ ਹੈਗਾ ਚਾਹੇ ਸਪੈਲਿੰਗ ਕੀ ਹੁਣ ਫਰਕ ਹੋਵੇ ਸਪੈਲਿੰਗ ਦਾ, ਇਹਨੇ ਤਾਂ ਇੱਕ ਸਾਊਂਡ ਦੇਖਣਾ ਹੈ, ਠੀਕ ਹੈ। ਇਹਨੂੰ ਕਹਿ ਦਿੰਦੇ ਸਾਊਂਡੈਕਸ। ਤੇ ਆ ਆਇਆ ਦੇਖੋ ਸਰਚ ਇੰਜਨ ਕਹਿੰਦਾ ਯੂਜ਼ ਐਲਗੋਰਿਥਮ ਫॉर ਰੈਂਕਿੰਗ ਗੂਗਲ। ਚਲੋ ਗੂਗਲ ਵਾਲਾ ਤੁਹਾਨੂੰ ਮੈਂ ਦੱਸਤਾ ਪੇਜ ਰੈਂਕ ਯੂਜ਼ ਕਰਦਾ, ਇਹ ਪਿੱਛੇ ਮੈਂ ਪੜਾਇਆ ਹੋਇਆ। ਤੇ ਹੁਣ ਸਾਊਂਡੈਕਸ ਜਿਹੜਾ ਹੈਗਾ ਬੇਟੇ, ਸਾਊਂਡੈਕਸ ਤੁਹਾਨੂੰ ਮੈਂ ਦੱਸਤਾ ਵੀ ਸਾਊਂਡ ਦੇ ਉੱਪਰ ਕੰਮ ਕਰਦਾ। ਤੁਹਾਨੂੰ ਕੁਐਸਚਨ ਵੀ ਆਇਆ ਸੀਗਾ ਸ਼ਾਇਦ, ਇੱਕ ਆਇਆ ਇਸ ਤਰ੍ਹਾਂ ਆਇਆ ਸੀਗਾ ਕਿ ਸਾਊਂਡ ਲਿਖਿਆ ਹੋਇਆ ਤੇ ਅੱਗੇ ਸਟਾਰ ਲਿਖਿਆ ਹੋਇਆ। ਤਾਂ ਦੇਖੋ ਰਾਜੇ ਸਾਊਂਡ ਦੇ ਰਿਲੇਟਡ ਜੋ ਵੀ ਥੱਲੇ ਹੋਊਗਾ ਸਾਰੇ ਖੁੱਲ ਜਾਣਗੇ, ਠੀਕ ਹੈ। ਉੱਥੇ ਸਰਾਊਂਡਿੰਗ ਸੀਗਾ, ਸਰਾਊਂਡਿੰਗ ਨਹੀਂ ਖੁੱਲੂਗਾ, ਸਾਊਂਡ ਦੇ ਨਾਲ ਸਾਰੇ ਖੁੱਲ ਜਾਣਗੇ। ਤਾਂ ਕਹਿੰਦਾ ਜੀ ਜਿਹੜਾ ਸਾਊਂਡੈਕਸ ਹੈਗਾ, ਇਹ ਦੋ ਬੰਦੇ ਸੀਗੇ, ਮਾਰਗਟ ਓ ਡੈਲ ਤੇ ਰੋਬਰਟ ਸੀ ਰੂਸਲ। ਇਹਨਾਂ ਨੇ ਪੇਟੈਂਟ ਕੀਤਾ ਸੀਗਾ originally 1918 ਦੇ ਵਿੱਚ, ਠੀਕ ਹੈ ਜੀ। ਇਹ ਜਿਹੜਾ ਸਾਊਂਡੈਕਸ ਆਪਣਾ ਐਲਗੋਰਿਥਮ ਹੈਗਾ, ਬੇਸਿਕਲੀ ਇੱਕ
ਜਿਹੜੇ 6 ਆਪਣੇ ਫੋਨੈਟਿਕ ਹੈਗੇ ਨੇ ਉਹਦੇ ਉੱਪਰ ਬੇਸਡ ਨੇ, ਜਿਹੜੀ ਆਪਾਂ ਹਿਊਮਨ ਸਪੀਚ ਬੋਲਦੇ ਆ, ਹਿਊਮਨ ਜਦੋਂ ਆਪਾਂ ਬੋਲਦੇ ਆ ਆਪਣੀ ਧੁਨੀਆਂ ਹੁੰਦੀਆਂ ਨੇ ਉਹਦੇ ਉੱਪਰ ਕੰਮ ਕਰਦਾ ਹੈ। ਤੁਹਾਨੂੰ ਮੈਂ ਪੰਜਾਬੀ ਚ ਪੜ੍ਹਾ ਦਿੰਦਾ, ਪੰਜਾਬੀ ਚ ਜ਼ਿਆਦਾ ਵਧੀਆ ਰਹੂਗਾ। ਪਹਿਲੀ ਹੈਗੀ ਰਾਜੇ ਬਿਲਾਬਲ, ਜਿਵੇਂ ਆਪਣੇ ਮੰਨ ਲਓ ਦੋਨੇ ਬੁੱਲ, ਜਿਵੇਂ ਆਪਾਂ ਕੁਝ ਬੋਲਦੇ ਆ ਨਾ, ਕੁਝ ਧੁਨੀਆਂ ਆਪਣੀਆਂ ਬੁੱਲਾਂ ਤੋਂ ਪੈਦਾ ਹੁੰਦੀਆਂ, ਆਪਾਂ ਪੰਜਾਬੀ ਚ ਪੜ੍ਹ ਕੇ ਆਏ ਆ, ਤੁਹਾਨੂੰ ਮੈਂ ਪੰਜਾਬੀ ਧੁਨੀ ਕਰਾਈ ਹੋਈ ਹੈ। ਆਪਣੇ ਕੁਝ ਜਿਹੜੇ ਸਾਊਂਡ ਨਿਕਲਦੇ ਆ ਉਹ ਬੁੱਲਾਂ ਵਿੱਚੋਂ ਨਿਕਲਦੇ ਆ, ਕੁਝ ਬੁੱਲਾਂ ਦੇ ਦੰਦਾਂ ਦੇ ਨਾਲ ਨਿਕਲਦੇ ਆ, ਕੋਈ ਜੀਭ ਨਾਲ ਨਿਕਲਦੇ ਆ, ਕੋਈ ਜਿਵੇਂ ਮੰਨ ਲਓ ਜੀਭ ਦੀ ਜਦੋਂ ਆਪਾਂ ਤਾਲੂ ਛੂਹਣੇ ਆ ਉਹਦੇ ਨਾਲ ਨਿਕਲਦੇ ਆ, ਕੁਝ ਜੀਭ ਦੇ ਪਿਛਲੇ ਹਿੱਸੇ ਨਾਲ ਨਿਕਲਦੇ ਆ, ਕੁਝ ਗਲੇ ਨਾਲ ਨਿਕਲਦੇ ਆ ਜਦੋਂ ਸਾਹ ਆਪਣਾ ਰੁਕਾਵਟ ਹੁੰਦੀ ਹੈ। ਤਾਂ ਉਹ 6 ਲਏ ਗਏ ਆ ਰਾਜੇ, ਠੀਕ ਆ, ਇਹ 6 ਲਏ ਗਏ ਆ। ਦੇਖੋ ਕਹਿੰਦਾ ਜੀ ਬਿਲਾਵਲ ਕਿਹੜੀ ਆ, ਬੁੱਲਾਂ ਨਾਲ ਪੈਦਾ ਹੋਈ ਆਵਾਜ਼। ਲੈਬਿਓਟਲ ਕਹਿੰਦਾ ਜੀ ਬੁੱਲਾਂ ਦੇ ਦੰਦਾਂ ਨਾਲ ਜਿਹੜੀ ਆਵਾਜ਼ ਪੈਦਾ ਹੁੰਦੀ ਹੈ, ਠੀਕ ਹੈ। ਅਗਲਾ ਹੈਗਾ ਆਪਣਾ ਤੀਤ ਸ਼ਾਇਦ। ਡੈਂਟਲ, ਡੈਂਟਲ ਜਿਵੇਂ ਆਪਣੇ ਮਤਲਬ ਜਿਹੜੇ ਆਪਣੇ ਬਲੇਡ ਹੁੰਦੇ ਆ, ਫਰੰਟ ਦੰਦ ਹੁੰਦੇ ਆ, ਉਹਨਾਂ ਨਾਲ ਜਿਹੜੀ ਆਵਾਜ਼ ਨਿਕਲਦੀ ਹੈ। ਐਲੀਵੀਓਲਰ, ਓਲੀਵਲਰ ਦਾ ਮਤਲਬ ਕਿ ਜਿਹੜਾ ਆਪਣੇ ਜੀਭ ਦੀ ਨੋਕ ਛੂਹਣ ਜਿਹੜੇ ਦੰਦਾਂ ਨੂੰ ਛੂਹਦੀ ਆ ਉਹਦੇ ਨਾਲ ਨਿਕਲਦੀ ਆ। ਵੇਲਰ ਮਤਲਬ ਕਿ ਜੀਭ ਦਾ ਪਿਛਲਾ ਹਿੱਸਾ ਜਿਹੜਾ ਤਾਲੂ ਉਹਨੂੰ ਛੂਹਦਾ ਹੈ। ਗਲੋਟਲ ਹੁੰਦਾ ਜੀ ਮੰਨ ਲਓ ਗਲੇ ਦੇ ਦੌਰਾਨ ਸਾਹ ਰੁਕਦਾ ਹੈ, ਸਾਹ ਨਿਕਲਦਾ ਹੈ। ਤੇ ਸਾਰੇ ਮਤਲਬ ਜਿਹੜੇ ਉਹਨਾਂ ਨੇ ਕੀ ਕੀਤਾ ਵੀ ਇਹਨੂੰ ਬੈਸਟ ਬਣਾਉਣ ਵਾਸਤੇ ਹਰ ਇੱਕ ਸਾਊਂਡ ਜਿਹੜੀ ਆਪਣੀ ਪੈਦਾ ਹੁੰਦੀ ਹੈ ਇਨਸਾਨ ਦੇ ਵਿੱਚੋਂ, ਉਹਨੂੰ ਕੀ ਕੀਤਾ, ਕਵਰ ਕੀਤਾ ਇਹਦੇ ਵਿੱਚ ਸਾਊਂਡੈਕਸ ਨੇ। ਠੀਕ ਹੈ ਜੀ, ਕਲੀਅਰ ਹੈ। ਤਾਂ ਬਸ ਇਹ ਯਾਦ ਰੱਖਣਾ ਵੀ ਇਹ ਕੀ ਹੈ, ਇੱਕ ਸਾਊਂਡ ਦੇ ਬੇਸ ਤੇ ਕੰਮ ਕਰਦਾ ਹੈ। ਅਗਲਾ ਜਿਹੜਾ ਐਲਗੋਰਿਥਮ ਆ ਗਿਆ ਉਹ ਆ ਗਿਆ ਜੀ ਮੈਟਾਫੋਨ। ਮੈਟਾਫੋਨ ਬੇਸਿਕਲੀ ਕਹਿੰਦਾ ਜਿਹੜਾ ਐਲਗੋਰਿਥਮ ਹੈਗਾ ਇਹ ਦਸੰਬਰ 1990 ਦੇ ਵਿੱਚ ਡਿਸਕ੍ਰਾਈਬ ਕੀਤਾ ਗਿਆ, ਤੇ ਕਹਿੰਦਾ ਜੀ ਕੰਪਿਊਟਰ ਲੈਂਗੁਏਜ ਮੈਗਜ਼ੀਨ ਦੈਟ ਵਾਸ ਡਿਜ਼ਾਈਨਡ ਐਜ਼ ਰਿਪਲੇਸਮੈਂਟ ਆਫ ਦਾ ਸਾਊਂਡੈਕਸ। ਤਾਂ ਸਾਊਂਡੈਕਸ ਦੀ ਰਿਪਲੇਸਮੈਂਟ ਆਈ ਸੀਗੀ ਮੈਟਾਫੋਨ। ਮੈਟਾਫੋਨ ਕਹਿੰਦਾ ਜੀ ਇਟ ਰਿਟਰਨ ਦਾ ਰਫ ਅਪਰੋਕਸੀਮੇਸ਼ਨ ਆਫ ਹਾਊ ਐਨ ਇੰਗਲਿਸ਼ ਵਰਡ ਸਾਊਂਡ ਐਂਡ ਯੂਜ਼ ਮੈਨੀ ਕਾਮਨ ਰੂਲ ਫॉर ਇੰਗਲਿਸ਼ ਪ੍ਰੋਨਾਂਸੀਏਸ਼ਨ ਦੈਟ ਸਾਊਂਡੈਕਸ ਡਸ ਨਾਟ ਕਵਰ। ਜਿਹੜੀ ਚੀਜ਼ ਸਾਊਂਡੈਕਸ ਐਲਗੋਰਿਥਮ ਕਵਰ ਨਹੀਂ ਕਰਦਾ ਸੀ, ਦੇਖੋ ਪਿੱਛੇ ਜਿਹੜਾ ਥਿਊਰੀ ਹੈਗੀ ਉਹ ਸੇਮ ਹੀ ਹੈ, ਸਾਊਂਡ ਦੇ ਉੱਪਰ ਹੀ ਕੰਮ ਕਰ ਰਿਹਾ, ਬਟ ਜਿਹੜੀਆਂ ਉਹ ਚ ਕਮੀਆਂ ਸੀਗੀਆਂ ਉਹਨੂੰ ਕੱਢਣ ਵਾਸਤੇ ਕੀ ਆ ਗਿਆ, ਮੈਟਾਫੋਨ ਆ ਗਿਆ। ਹੁਣ ਇਸ ਐਲਗੋਰਿਥਮ ਦੇ ਵਿੱਚ ਕੀ ਕਰਦਾ, ਕਹਿੰਦਾ ਜੀ ਦਾ ਐਲਗੋਰਿਥਮ ਰਿਡਿਊਸ ਦਾ ਵਰਡ ਟੂ ਦਾ 1 to 4 ਕਰੈਕਟਰ। ਇਹ ਸਾਰਾ ਵਰਡ ਨਹੀਂ ਸ਼ੋ ਕਰਦਾ, ਮੰਨ ਲਓ ਇਹ ਸਾਊਂਡ ਚੱਕਦਾ ਸੀ 1 ਤੋਂ ਲੈ ਕੇ 4 ਕਰੈਕਟਰ ਜਿਹੜੇ ਆਪਾਂ ਯੂਜ਼ ਕਰ ਰਹੇ ਹਾਂ ਉਸ ਪਾਰਟਿਕੂਲਰ ਕੀਵਰਡ ਦੇ ਵਿੱਚ, ਜਿਵੇਂ ਆਪਾਂ ਇੰਗਲਿਸ਼ ਦੇ ਵਿੱਚ ਕੋਈ ਸਪੋਕ ਕਰਦੇ ਹਾਂ, ਬੋਲਦੇ ਹਾਂ, ਠੀਕ ਹੈ ਜੀ, ਉਸ ਦੇ ਅਕੋਰਡਿੰਗ ਕੰਮ ਕਰਦਾ। ਤੇ ਕਹਿੰਦਾ ਜਿਹੜਾ ਮੈਟਾਫੋਨ ਸੀਗਾ ਇਗਨੋਰ ਕਰ ਦਿੰਦਾ ਸੀ ਵਾਵਲਸ ਨੂੰ, ਠੀਕ ਹੈ, ਜਿਵੇਂ ਹੁਣ ਉਹ ਆਰਟੀਕਲ ਨੂੰ ਇਗਨੋਰ ਕਰਦਾ ਸੀਗਾ, ਇਹ ਵਾਵਲਸ ਨੂੰ ਇਗਨੋਰ ਕਰਦਾ ਸੀਗਾ, ਠੀਕ ਹੈ ਜੀ। ਮਤਲਬ ਕਿ ਵਾਵਲਸ ਨੂੰ ਮਤਲਬ ਕਿ ਇਗਨੋਰ ਮਾਰ ਕੇ ਚੱਲਦਾ ਸੀਗਾ, ਠੀਕ ਹੈ, ਇੰਨੀ ਕੁ ਗੱਲ ਸਮਝ ਲਿਓ। ਇਹ ਮੈਟਾਫੋਨ ਆ ਗਿਆ। ਵੈਸੇ ਤੁਹਾਨੂੰ ਐਗਜ਼ਾਮ ਦੇ ਵਿੱਚ ਨਾਮ ਹੀ ਪੁੱਛੂਗਾ, ਇਹ ਨਹੀਂ ਪੁੱਛੂਗਾ ਇਹਦੇ ਅੰਦਰ ਹੁੰਦਾ ਕੀ ਹੈ ਜਾਂ ਕੀ ਨਹੀਂ ਹੁੰਦਾ, ਬਟ ਮੈਨੂੰ ਆਇਆ ਜਦੋਂ ਕਰਾਉਣ ਹੀ ਲੱਗ ਗਏ ਆਪਾਂ ਤਾਂ ਚੰਗੀ ਤਰ੍ਹਾਂ ਕਰ ਲਈਏ। ਤਾਂ ਮੈਟਾਫੋਨ ਸਮਝ ਆ ਗਿਆ। ਮੈਟਾਫੋਨ ਤੋਂ ਬਾਅਦ ਫਿਰ ਇੱਕ ਆਇਆ ਸੀਗਾ ਫੋਨੈਕਸ। ਫੋਨੈਕਸ ਕੀ ਸੀਗਾ ਰਾਜੇ, ਇਹ ਸਾਊਂਡੈਕਸ ਤੇ ਜਿਹੜਾ ਮੈਟਾਫੋਨ ਆ ਉਹਨੂੰ ਨੂੰ ਮਿਲਾ ਕੇ ਬਣਾਇਆ ਗਿਆ ਸੀ, ਉਹਨਾਂ ਦੋਵਾਂ ਦੇ ਵਿੱਚ ਜਿਹੜੀਆਂ ਕਮੀਆਂ ਸੀਗੀਆਂ ਉਹਨੂੰ ਕੱਢ ਕੇ ਬਣਾਇਆ ਗਿਆ ਸੀਗਾ। ਤਾਂ ਕਹਿੰਦਾ ਜੀ ਫੋਨੈਕਸ ਐਲਗੋਰਿਥਮ ਇਜ਼ ਦਾ ਰਿਜ਼ਲਟ ਆਫ ਦਾ ਵਰਕ ਬਾय ਦਾ ਏਜੀ ਲੈਟ ਐਂਡ ਬੀ ਰੈਂਡੇਲ, ਠੀਕ ਹੈ ਜੀ, ਇਹ ਦੋ ਬੰਦਿਆਂ ਨੇ ਬਣਾਇਆ ਸੀਗਾ। ਬੇਸਿਕਲੀ ਕਹਿੰਦਾ ਜੀ ਕਹਿੰਦਾ ਡਿਸਕ੍ਰਾਈਬ ਏ ਕੰਪੈਰੀਟਿਵਲੀ ਐਨਾਲਿਸਿਸ ਆਫ ਨੰਬਰ ਆਫ ਨੇਮ ਮੈਚਿੰਗ ਐਲਗੋਰਿਥਮ ਇੰਡੈਕਸ ਐਂਡ ਮੈਟਾਫੋਨ। ਕਹਿੰਦਾ ਮਤਲਬ ਸਾਊਂਡੈਕਸ ਤੇ ਮੈਟਾਫੋਨ ਦੇ ਨੂੰ ਮਿਲਾ ਕੇ ਇਹ ਐਲਗੋਰਿਥਮ ਤਿਆਰ ਹੋਇਆ ਹੈ, ਠੀਕ ਹੈ। ਐਨਾਲਿਸਿਸ ਕੀਤਾ ਗਿਆ ਇਹਦੇ ਸਟਰੈਂਥ ਔਰ ਵੀਕਨੈਸ, ਜੋ ਇਹਦੇ ਵਿੱਚ ਕਮੀਆਂ ਸੀਗੀਆਂ ਪਿਛਲਿਆਂ ਵਿੱਚ ਮੈਟਾਫੋਨ ਤੇ ਸਾਊਂਡੈਕਸ ਦੇ ਵਿੱਚ, ਜੋ ਉਹਨਾਂ ਦੀ ਪਲੱਸ ਪੁਆਇੰਟ ਸੀਗੇ ਉਹਨੂੰ ਮਿਲਾ ਕੇ ਇੱਕ ਨਵਾਂ ਇੰਪਰੂਵਡ ਐਲਗੋਰਿਥਮ ਬਣਾਇਆ ਗਿਆ। ਤਾਂ ਫੋਨੈਕਸ ਹੈ ਰਾਜੇ, ਠੀਕ ਹੈ ਜੀ। ਕਹਿੰਦਾ ਜੀ ਵਿਚ ਇਜ਼ ਡਰਾਈਵਡ ਫਰੋਮ ਦਾ ਟੂ ਮੈਥਡ, ਠੀਕ ਹੈ ਜੀ, ਸਾਊਂਡੈਕਸ ਐਂਡ ਮੈਟਾਫੋਨ। ਤਾਂ ਬਸ ਇਹਨਾਂ ਕੁ ਯਾਦ ਰੱਖ ਲਿਓ, ਫੋਨੈਕਸ ਆ ਗਿਆ ਆਪਣੇ ਕੋਲੇ। ਤਾਂ ਇਹ ਸੀਗੇ ਜੀ ਤੁਹਾਡੇ। ਹੁਣ ਲਾਸਟ ਹੈਗਾ ਜੀ ਵਰਡ ਸਟਰੀਮਿੰਗ ਐਲਗੋਰਿਥਮ। ਇਹ ਵੀ ਇੱਕ ਤਰ੍ਹਾਂ ਦਾ ਮਤਲਬ ਇੰਡੈਕਸਿੰਗ ਵਾਸਤੇ ਵਰਤਿਆ ਜਾਂਦਾ। ਕਹਿੰਦਾ ਜੀ ਵਰਡ ਸਟਰੀਮਿੰਗ ਇਜ਼ ਦਾ ਕਾਮਨ ਫਾਰਮ ਆਫ ਦਾ ਲੈਂਗੁਏਜ ਪ੍ਰੋਸੈਸਿੰਗ ਇਨ ਦਾ ਮੋਸਟ ਇਨਫੋਰਮੇਸ਼ਨ ਰਿਟਰੀਵਲ ਸਿਸਟਮ, ਠੀਕ ਹੈ ਜੀ। ਕਹਿੰਦਾ ਜੀ ਵਰਡ ਸਟਰੀਮਿੰਗ ਇਜ਼ ਐਨ ਇੰਪੋਰਟੈਂਟ ਫੀਚਰ ਸਪੋਰਟ ਬਾय ਦਾ ਪ੍ਰੈਜ਼ੈਂਟ ਡੇ ਇੰਡੈਕਸਿੰਗ। ਤਾਂ ਇਹ ਮੇਨ ਮਤਲਬ ਅੱਜ ਕੱਲ੍ਹ ਜਿਹੜੀ ਇੰਡੈਕਸਿੰਗ ਚੱਲਦੀ ਹੈ ਉਹਦੇ ਵਿੱਚ ਵਰਤਿਆ ਜਾਂਦਾ ਵਰਡ ਸਟਰੀਮਿੰਗ। ਤੇ ਵਰਡ ਸਟਰੀਮਿੰਗ ਦੇ ਵਿੱਚ ਹੁੰਦਾ ਕੀ, ਤੁਹਾਨੂੰ ਮੈਂ ਦੱਸ ਦਿੰਦਾ, ਦੇਖੋ ਇਹ ਕਿਤੇ ਵੀ ਕੰਮ ਕਰ ਸਕਦਾ ਹੈ। ਹੁਣ ਮੰਨ ਲਓ ਆਪਣੇ ਕੋਲ ਦੋ ਵਰਡ ਸੀਗੇ, ਗਰੁੱਪ ਐਂਡ ਕਲੈਕਸ਼ਨ, ਇਹਨਾਂ ਦੋਵਾਂ ਦਾ ਕੋਈ ਨਾਤਾ ਨਹੀਂ ਹੈਗਾ, ਗਰੁੱਪ ਅਲੱਗ ਵਰਡ ਹੈ, ਕਲੈਕਸ਼ਨ ਅਲੱਗ ਵਰਡ ਹੈ, ਬਟ ਫਿਰ ਵੀ ਇੱਥੇ ਕੰਮ ਕਰਦਾ ਹੈ। ਪਰ ਜਿਹੜੇ ਕਾਮਨ ਹੈਗੇ, ਜਿਵੇਂ ਮੰਨ ਲਓ ਗਰੁੱਪ, ਗਰੁੱਪਿੰਗ, ਸਬ ਗਰੁੱਪ, ਇਹ ਕਾਮਨ ਹੈ, ਇੱਥੇ ਵੀ ਕੰਮ ਕਰਦਾ ਹੈ। ਕਹਿਣ ਦਾ ਮਤਲਬ ਇਹ ਕੀ ਕਰਦਾ ਜੀ, ਕਾਮਨ ਰੂਟ ਮਤਲਬ ਸ਼ੇਅਰਿੰਗ ਰੂਟ ਵੀ, ਕਾਮਨ ਰੂਟ ਵੀ, ਤੇ ਡਿਫਰੈਂਟ ਜਿਹੜਾ ਹੁੰਦਾ ਰੂਟ ਉਹਨੂੰ ਵੀ ਕੀ ਕਰ ਲੈਂਦਾ, ਚੱਕ ਲੈਂਦਾ। ਰੂਟ ਦਾ ਮਤਲਬ ਹੁੰਦਾ ਉਸ ਵਰਡ ਦਾ ਰੂਟ, ਠੀਕ ਹੈ ਜੀ, ਮੂਲ ਸ਼ਬਦ ਉਹਨੂੰ ਚੱਕ ਲੈਂਦਾ ਹੈ। ਤਾਂ ਕਹਿਣ ਦਾ ਮਤਲਬ ਵਰਡ ਸਟਰੀਮਿੰਗ ਐਲਗੋਰਿਥਮ ਵੀ ਆਪਣੇ ਕੋਲੇ ਆ ਜਾਂਦਾ ਹੈ, ਠੀਕ ਹੈ। ਤਾਂ ਇਹ ਸੀਗਾ ਜੀ ਤੁਹਾਡੇ ਸਟਰੀਮਿੰਗ ਐਲਗੋਰਿਥਮ ਹੋ ਗਏ, ਇੰਡੈਕਸਿੰਗ ਐਲਗੋਰਿਥਮ ਹੋ ਗਏ। ਅੱਗੇ ਇੱਕ ਇੱਕ ਮੈਟਾ ਸਰਚ ਪੁੱਛਦੇ ਹੁੰਦੇ, ਮੈਟਾ ਸਰਚ ਹੁੰਦੀ ਕੀ ਹੈ, ਠੀਕ ਹੈ ਜੀ। ਮੈਟਾ ਡਾਟਾ ਹੁੰਦਾ ਰਾਜੇ, ਡਾਟਾ ਅਬਾਊਟ ਡਾਟਾ। ਤੇ ਮੈਟਾ ਸਰਚ ਇੰਜਨ ਕੀ ਹੁੰਦੇ ਆ, ਜਿਹੜੇ ਦੂਜੇ ਸਰਚ ਇੰਜਨ ਦਾ ਕੀ ਕਰਦੇ, ਡਾਟਾ ਯੂਜ਼ ਕਰਦੇ ਆ। ਤਾਂ ਕਹਿੰਦਾ ਜੀ ਮੈਟਾ ਸਰਚ ਇੰਜਨ, ਜਿਹਨੂੰ ਆਪਾਂ ਐਗਰੀਗੇਟਰ ਵੀ ਕਹਿ ਦਿੰਦੇ ਆ, ਐਗਰੀਗੇਟਰ ਵੀ ਕਹਿ ਦਿੰਦੇ ਆ। ਕਹਿੰਦਾ ਇਜ਼ ਅ ਸਰਚ ਇੰਜਨ ਦੈਟ ਸੈਂਡ ਕੁਐਰੀ ਟੂ ਦਾ ਸੈਵਰਲ ਸਰਚ ਇੰਜਨ ਐਂਡ ਆਈਦਰ ਐਗਰੀਗੇਟ ਦਾ ਰਿਜ਼ਲਟ ਇਨਟੂ ਦਾ ਵਨ ਮਾਸਟਰ। ਕਹਿੰਦਾ ਮਤਲਬ ਵੱਖਰੇ ਵੱਖਰੇ ਸਰਚ ਇੰਜਨ ਤੋਂ ਰਿਜ਼ਲਟ ਚੱਕ ਕੇ ਇੱਕ ਮਾਸਟਰ ਫਾਈਲ ਬਣਾ ਦਿੰਦੇ, ਜਿਹੜੀ ਆਪਣੇ ਸਾਹਮਣੇ ਪੇਸ਼ ਹੁੰਦੀ ਹੈ। ਤਾਂ ਕਹਿੰਦਾ ਦੇ ਆਰ ਡਜ਼ਨਸ ਆਫ ਦਾ ਮੈਟਾ ਸਰਚ ਇੰਜਨ ਅਕ੍ਰੋਸ ਦਾ ਇੰਟਰਨੈਟ, ਜਿਹਦੇ ਵਿੱਚ ਕੀ ਹੈ ਡੌਗ ਪਾਈਲ, ਠੀਕ ਹੈ। ਬਹੁਤ ਸਾਰੇ ਆਪਣੇ ਕੋਲੇ ਮੈਟਾ ਸਰਚ ਇੰਜਨ ਮਿਲ ਜਾਂਦੇ ਆ, ਜੇ ਮੈਂ ਨਾਮ ਲੈਣਾ ਹੋਵੇ ਤਾਂ ਉਹਦੇ ਵਿੱਚ ਇੱਕ ਆਉਂਦਾ ਡੌਗ ਪਾਈਲ। ਡੌਗ ਪਾਈਲ ਸਰਚ ਇੰਜਨ ਕੀ ਹੈ ਕਿ ਜਿਹੜਾ ਵੱਖਰੇ ਵੱਖਰੇ ਸਰਚ ਇੰਜਨ ਦਾ ਡਾਟਾ ਮਿਲਾ ਕੇ ਸ਼ੋਅ ਕਰਦਾ ਹੈ, ਠੀਕ ਹੈ, ਮਾਸਟਰ ਫਾਈਲ ਸ਼ੋਅ ਕਰਦਾ ਹੈ। ਇਹਨੂੰ ਮੈਟਾ ਸਰਚ ਇੰਜਨ ਕਹਿ ਦਿੰਦੇ ਆ।
ਅੱਗੇ ਆਪਾਂ ਥੋੜੀ ਜਿਹੀ ਹਿਸਟਰੀ ਵੀ ਪੜ੍ਹ ਲਈਏ, ਹੋ ਸਕਦਾ ਤੁਹਾਨੂੰ ਹਿਸਟਰੀ ਪੁੱਛੀ ਜਾਵੇ। ਜਿਹੜਾ ਸਰਚ ਇੰਜਨ ਸੀ ਨਾ ਬੇਸਿਕਲੀ ਬੇਟੇ, ਵੈਸੇ ਪਹਿਲਾ ਸਰਚ ਇੰਜਨ ਮੰਨਿਆ ਜਾਂਦਾ ਆਰਚੀ ਨੂੰ, ਪਰ ਇਹ ਇੱਕ ਤਰ੍ਹਾਂ ਦਾ ਇਹ ਇੱਕ ਸਰਚ ਇੰਜਨ ਨਹੀਂ ਸੀਗਾ। ਬੇਸਿਕਲੀ ਇਹ ਸਰਚ ਇੰਜਨ ਨਹੀਂ ਸੀਗਾ, ਜਿਵੇਂ ਅੱਜ ਕੱਲ ਆਪਾਂ ਦੇਖਦੇ ਹਾਂ ਨਾ ਗੂਗਲ ਵਗੈਰਾ, ਯਾਹੂ ਵਗੈਰਾ, ਠੀਕ ਹੈ, ਇਹ ਬੈਡੋ ਵਗੈਰਾ, ਇਹ ਉਵੇਂ ਸਰਚ ਇੰਜਨ ਨਹੀਂ ਸੀਗਾ। ਇਹ ਇੱਕ ਤਰੀਕਾ ਸੀਗਾ ਜਾਂ ਕਹਿ ਲਓ ਮੈਥਡ ਸੀਗਾ, ਥਿਊਰੀ ਸੀਗੀ। ਕਹਿੰਦਾ ਜੀ, ਦਾ ਫਸਟ ਰਿਕਗਨਾਈਜ਼ਡ ਸਰਚ ਇੰਜਨ ਵਾਸ ਦਾ ਇੰਜਨ ਕਾਲਡ ਆਰਚੀ। ਨਾਮ ਯਾਦ ਰੱਖ ਲਿਓ। ਕਹਿੰਦਾ ਬਟ ਇਟ ਵਾਸ ਨਾਟ ਕੁਆਇਟ ਵਟ ਯੂ ਵੁੱਡ ਕਲਾਸ ਐਜ਼ ਸਰਚ ਇੰਜਨ ਇਨ ਦਾ ਮਾਡਰਨ ਵਰਲਡ। ਜਿਵੇਂ ਆਪਾਂ ਅੱਜ ਕੱਲ ਦੇਖਦੇ ਹਾਂ ਉਵੇਂ ਸਰਚ ਇੰਜਨ ਨਹੀਂ ਸੀਗਾ। ਕਹਿੰਦਾ ਆਰਚੀ ਬਰਾਊਜ਼ ਦਾ ਫੋਲਡਰ ਐਂਡ ਫਾਈਲ। ਬੇਸਿਕਲੀ ਇਹ ਫੋਲਡਰ ਤੇ ਫਾਈਲ ਨੂੰ ਕੀ ਕਰਦਾ ਸੀ, ਜਿਵੇਂ ਆਪਾਂ ਡਾਇਰੈਕਟਰੀਜ਼ ਪੜਿਆ ਹੋਇਆ ਨਾ ਟੌਪਿਕ ਡਾਇਰੈਕਟਰੀਜ਼। ਡਾਇਰੈਕਟਰੀ ਦੇ ਵਿੱਚ ਕੀ ਹੁੰਦਾ, ਡਾਇਰੈਕਟਰੀਜ਼ ਹੁੰਦੀਆਂ ਨੇ, ਰੂਟ ਡਾਇਰੈਕਟਰੀ ਹੁੰਦੀ ਹੈ, ਸਬ ਡਾਇਰੈਕਟਰੀ ਹੁੰਦੀ ਹੈ, ਜਿਹਨੂੰ ਆਪਾਂ ਫਾਈਲ ਸਬ ਫਾਈਲਾਂ ਕਹਿ ਦਿੰਦੇ ਆ। ਬੇਸਿਕਲੀ ਇਹ ਫੋਲਡਰ ਤੇ ਫਾਈਲਾਂ ਨੂੰ ਸਰਚ ਕਰਦਾ ਸੀਗਾ, ਟੈਕਸਟ ਨੂੰ ਸਰਚ ਨਹੀਂ ਕਰਦਾ ਸੀਗਾ। ਤਾਂ ਕਹਿੰਦਾ ਜੀ, these formed a collection which was stored and processed and was then accessible to the searcher। the main issue with the archie ਕੀ ਸੀਗਾ ਰਾਜੇ, ਇਹ ਸਰਚ ਟੈਕਸਟ ਨੂੰ ਸਰਚ ਨਹੀਂ ਕਰ ਸਕਦਾ ਸੀਗਾ। ਟੈਕਸਟ ਜਿਵੇਂ ਹੁਣ ਮੰਨ ਲਓ ਮੈਂ ਇੱਥੇ ਲਿਖਤਾ ਕੀਬੋਰਡ, ਕੀਬੋਰਡ ਦੇ ਰਿਲੇਟਡ ਸਰਚ ਨਹੀਂ ਮਿਲਦੀ ਸੀ ਆਪਾਂ ਨੂੰ। ਫੋਲਡਰ ਐਂਡ ਫਾਈਲ ਅਗਰ ਸਰਚ ਕਰਨੇ ਆ ਤਾਂ ਆਰਚੀ ਸਰਚ ਕਰਦਾ ਸੀਗਾ। ਯਾਦ ਰੱਖ ਲਿਓ, ਨਾਮ ਫਸਟ ਸਰਚ ਇੰਜਨ ਇਹਨੂੰ ਮੰਨਿਆ ਜਾਂਦਾ ਹੈ। ਤੇ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਕਹਿੰਦਾ ਜੀ 1994 ਦੇ ਵਿੱਚ ਕਹਿੰਦਾ ਜੀ ਫਸਟ ਰਿਕਗਨਾਈਜ਼ਡ ਜਿਹੜਾ ਕ੍ਰੈਵਲਰ ਸਰਚ ਇੰਜਨ, ਜਿਵੇਂ ਅੱਜ ਕੱਲ ਦੇ ਸਰਚ ਇੰਜਨ ਆ ਜਿਹਦੇ ਵਿੱਚ ਸਪਾਈਡਰਿੰਗ ਹੁੰਦੀ ਹੈ, ਬੋਟ ਹੁੰਦਾ ਹੈ, ਉਹ ਡਿਵੈਲਪ ਹੋਇਆ। ਕਹਿੰਦਾ ਜੀ ਵੈਬ ਕ੍ਰੈਵਲਰ ਵਾਸ ਦਾ ਫਸਟ ਸਰਚ ਇੰਜਨ ਟੂ ਪ੍ਰੋਵਾਈਡ ਫੁੱਲ ਟੈਕਸਟ। ਉਹਦਾ ਨਾਮ ਵੀ ਇਹੀ ਸੀਗਾ, ਵੈਬ ਕ੍ਰੈਵਲਰ, ਠੀਕ ਹੈ ਜੀ, ਜਿਹੜਾ ਪਹਿਲਾ ਸਰਚ ਇੰਜਨ ਆਇਆ ਸੀਗਾ। ਕਹਿੰਦਾ ਜੀ 1994 ਦੇ ਵਿੱਚ ਕਹਿੰਦਾ ਜੀ ਆਪਣਾ ਕੰਪਿਊਟਰ ਸਾਇੰਸ ਸਟੂਡੈਂਟ ਸੀਗਾ ਬੰਦਾ, ਬ੍ਰੇਨ ਆਹ ਨਾਮ ਹੈ ਇਹਦਾ, ਪਿਨਕੈਟਨ। ਕਹਿੰਦਾ ਜੀ ਕੰਪਿਊਟਰ ਸਾਇੰਸ ਸਟੂਡੈਂਟ ਸੀਗਾ, ਉਹਨੇ ਯੂਨੀਵਰਸਿਟੀ ਚ ਪੜ੍ਹਦਾ ਸੀ, ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਵਿੱਚ। ਕਹਿੰਦਾ ਜੀ ਉਹਨੇ ਕੀ ਕੀਤਾ, ਇੱਕ ਕ੍ਰੀਏਟ ਕੀਤਾ, ਇੱਕ ਐਂ ਕਹ ਲਓ ਬੋਰਡ ਕ੍ਰੀਏਟ ਕੀਤਾ, ਸਪਾਈਡਰ ਕ੍ਰੀਏਟ ਕੀਤਾ, ਵੈਬ ਕਲੈਵਲਰ ਕ੍ਰੀਏਟ ਕੀਤਾ। ਉਹ ਬੇਸਿਕਲੀ ਉਹ ਜਿਹੜਾ ਉਸ ਟਾਈਮ ਤੇ ਕੀ ਕਰਦਾ ਸੀ, ਉਹ ਟੌਪ ਦੀਆਂ 25 ਵੈਬਸਾਈਟ ਦਾ ਡਾਟਾ ਕੀ ਕਰਦਾ ਸੀ, ਇਕੱਠਾ ਕਰਦਾ ਸੀਗਾ ਉਸ ਟਾਈਮ ਤੇ। ਜਿਵੇਂ ਅੱਜ ਕੱਲ ਤਾਂ ਦੇਖੋ ਕਿੰਨਾ ਕਰਦਾ, ਬਟ ਉਸ ਟਾਈਮ ਤੇ 25 ਵੈਬਸਾਈਟ ਦਾ ਡਾਟਾ ਇਕੱਠਾ ਕਰਦਾ ਸੀਗਾ। ਫਿਰ ਹੌਲੀ ਹੌਲੀ ਕੀ ਕੀਤਾ ਜੀ, ਉਹ ਕਹਿੰਦਾ 1 ਮੰਥ ਲੇਟਰ ਕਹਿੰਦਾ ਜੀ ਉਹਨੇ ਅਨਾਉਂਸ ਕੀਤਾ ਵੀ ਜਿਹੜਾ ਉਹਦਾ ਇਹ ਹੈਗਾ ਲਾਈਵ ਕਰਤਾ, ਉਹਦਾ ਜਿਹੜਾ ਇਹ ਮੈਥਡ ਸੀਗਾ ਜਾਂ ਉਹਦਾ ਪੇਟੈਂਟ ਸੀਗਾ ਲਾਈਵ ਕਰ ਦਿੱਤਾ ਗਿਆ। ਤਾਂ ਉਹਦੇ ਵਿੱਚ 4000 ਵੈਬਸਾਈਟ ਸ਼ੋ ਹੋਣ ਲੱਗੀ, ਡਾਟਾਬੇਸ ਬਣਾਇਆ ਗਿਆ, ਠੀਕ ਹੈ ਜੀ। ਜਿਵੇਂ ਹੁਣ ਗੂਗਲ ਦੇ ਵਿੱਚ ਤਾਂ ਕਿੰਨੀਆਂ ਕਰੋੜਾਂ ਹੁੰਦੀਆਂ ਨੇ, ਸ਼ੋ ਹੁੰਦੀਆਂ ਨੇ, ਤਾਂ ਇਹ ਹਿਸਟਰੀ ਚੱਲ ਰਹੀ ਹੈ ਉਹਦੀ। ਉਸ ਤੋਂ ਬਾਅਦ ਕਹਿੰਦਾ ਜੀ ਜੂਨ 1995 ਦੇ ਵਿੱਚ ਕਹਿੰਦਾ ਜੀ ਅਮਰੀਕਾ ਆਨਲਾਈਨ ਇੱਕ ਵਾਇਰ ਦਾ ਮਤਲਬ ਇੱਕ ਕੰਪਨੀ ਆ AOL ਅਮਰੀਕਾ ਆਨਲਾਈਨ, ਉਹਨਾਂ ਨੇ ਉਸ ਬੰਦੇ ਤੋਂ ਖਰੀਦ ਲਿਆ ਸੀਗਾ, ਉਹਦਾ ਜਿਹੜਾ ਮੈਥਡ ਸੀਗਾ ਜਾਂ ਉਹਨੂੰ ਆਪਾਂ ਪੇਟੈਂਟ ਕਹਿ ਦਿੰਦੇ ਆ ਉਹਨੂੰ, ਉਹ ਤੋਂ ਖਰੀਦ ਲਿਆ, ਠੀਕ ਹੈ ਜੀ। ਖਰੀਦਣ ਤੋਂ ਬਾਅਦ ਉਹਨਾਂ ਨੇ ਕਹਿੰਦਾ ਜੀ ਹੌਲੀ ਹੌਲੀ ਉਹਨੂੰ ਕੀ ਕਰੀ ਗਏ, ਮਤਲਬ ਕਿ ਸੋਲਡ ਕਰੀ ਗਏ, ਅੱਗੇ ਸੋਲਡ ਕਰਤਾ। ਕਹਿੰਦਾ ਮਤਲਬ ਅੱਗੇ ਅੱਗੇ ਵਧੀ ਗਿਆ ਕੰਮ ਇਸ ਤਰ੍ਹਾਂ, ਠੀਕ ਹੈ ਜੀ। ਇਹ ਮਤਲਬ ਇਸ ਤਰ੍ਹਾਂ ਕੀ ਹੈ ਜੀ, ਕੰਮ ਚੱਲਦਾ ਰਿਹਾ। 2018 ਦੇ ਵਿੱਚ ਕਹਿੰਦਾ ਜੀ 2018 ਦੇ ਵਿੱਚ ਲਾਸਟ ਟਾਈਮ ਇਹ ਵੇਖਿਆ ਗਿਆ ਸਪਾਈਡਰ ਲੋਗੋ ਦੇ ਨਾਲ, ਇਹ ਉਸ ਤੋਂ ਬਾਅਦ ਬੰਦ ਹੋ ਗਿਆ, ਠੀਕ ਹੈ। 2018 ਦੇ ਵਿੱਚ ਸੀਗਾ, ਦੇਖੋ ਸਪਾਈਡਰ ਲੋਗੋ ਇਹਦੇ ਵਿੱਚ ਹੈਗਾ, ਇਹ ਹੁਣ ਸਰਚ ਇੰਜਨ ਬੰਦ ਹੋ ਚੁੱਕਿਆ, ਮਤਲਬ ਫੇਲ ਹੋ ਗਿਆ, ਬੰਦ ਹੋ ਗਿਆ, ਕਲੀਅਰ ਹੈ ਜੀ। ਤਾਂ ਇਹ ਇਹਦੀ ਕਹਾਣੀ ਚੱਲ ਰਹੀ ਹੈ। ਇਸ ਤੋਂ ਬਾਅਦ ਅਗਰ ਆਪਾਂ ਮੈਂ ਗੱਲ ਕਰਾਂ, ਠੀਕ ਹੈ ਜੀ, ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਹੈਲੋ ਗੂਗਲ 1998 ਦੇ ਵਿੱਚ। ਹੁਣ ਕਹਿੰਦਾ ਇਨੀਸ਼ੀਅਲੀ ਜਦੋਂ ਇਹ ਮਤਲਬ ਕੰਮ ਚੱਲ ਰਿਹਾ ਸੀਗਾ ਤਾਂ ਉਹਦੇ ਵਿੱਚ ਹੁਣ ਗੂਗਲ ਦੀ ਐਂਟਰੀ ਹੁੰਦੀ ਹੈ। ਕਹਿੰਦਾ ਜੀ ਇਨੀਸ਼ੀਅਲੀ ਕਹਿੰਦਾ ਐਂਟਰਿੰਗ ਦਾ ਲੈਂਡਸਕੇਪ ਐਜ਼ ਦੇ ਅੰਡਰਡੌਗ ਡਿਊ ਟੂ ਦਾ ਅਲਟਾ ਵਿਸਟਾ। ਹੁਣ ਉਸ ਤੋਂ ਬਾਅਦ ਰਾਜੇ ਇੱਕ ਇਹ ਨਾਮ ਮੈਨੂੰ ਲੱਗਦਾ ਤੁਸੀਂ ਸੁਣਿਆ ਹੋਊਗਾ, ਅਗਰ ਤੁਸੀਂ ਪੇਪਰ ਦਿੱਤਾ ਜਾਂ ਪਿਛਲੇ ਪੇਪਰ ਐਨਾਲਿਸਿਸ ਕੀਤੇ ਆ, ਮੈਂ ਕਰਵਾਏ ਹੋਏ ਆ, PYQ ਸੀਰੀਜ਼ ਵੀ ਕਰਵਾਈ ਹੋਈ ਹੈ ਤੇ ਆਪਣੇ ਆਪਣੇ ਪੇਡ ਕੋਰਸਾਂ ਦੇ ਵਿੱਚ ਵੀ ਕਰਾਇਆ ਹੋਇਆ। ਅਲਟਾ ਵਿਸਟਾ ਵੀ ਇਹ ਪੁੱਛਿਆ ਜਾਂਦਾ ਹੁੰਦਾ, ਇੱਕ ਪੁਰਾਣਾ ਵੈਬ ਸਰਚ ਇੰਜਨ ਹੈ, ਠੀਕ ਹੈ, ਅਲਟਾ ਵਿਸਟਾ। ਉਸ ਤੋਂ ਬਾਅਦ ਜਿਵੇਂ ਯਾਹੂ ਆ ਗਿਆ, ਯਾਹੂ ਦੀ ਉਸ ਟਾਈਮ ਮਾਰਕੀਟ ਬਹੁਤ ਵੱਡੀ ਸੀਗੀ, ਠੀਕ ਹੈ ਜੀ, ਯਾਹੂ ਦੀ ਮਾਰਕੀਟ ਬਹੁਤ ਵੱਡੀ ਸੀਗੀ। ਫਿਰ ਗੂਗਲ ਆ ਗਿਆ, ਗੂਗਲ ਨੇ ਹੁਣ ਕੀ ਕੀਤਾ, ਦੇਖੋ ਉਸ ਟਾਈਮ ਤੇ ਯਾਹੂ ਨੰਬਰ 1 ਰੈਂਕਿੰਗ ਤੇ ਸੀਗਾ, ਪਰ ਯਾਹੂ ਨੂੰ ਅੱਜ ਕੱਲ ਕੋਈ ਜਾਣਦਾ ਨਹੀਂਗਾ, ਗੂਗਲ ਨੂੰ ਸਾਰੇ ਜਾਣਦੇ ਆ। ਉਹਦਾ ਕਾਰਨ ਕੀ ਹੈ, ਕਿਉਂਕਿ ਜਦੋਂ ਯਾਹੂ ਆਇਆ ਸੀ ਨਾ, ਯਾਹੂ ਦੇ ਉੱਪਰ ਨਾ ਮਤਲਬ ਐਡਸ ਬਹੁਤ ਆਉਂਦੀਆਂ ਸੀਗੀਆਂ, ਐਡ ਬਹੁਤ ਸ਼ੋਅ ਕਰਦਾ ਸੀਗਾ। ਬਟ ਅਗਰ ਆਪਾਂ ਦੇਖੀਏ ਗੂਗਲ ਤੇ ਐਡ ਬਹੁਤ ਘੱਟ ਸ਼ੋਅ ਹੁੰਦੀਆਂ। ਉਹਨਾਂ ਨੇ ਜ਼ਿਆਦਾ ਫੋਕਸ ਕੀਤਾ ਮਤਲਬ ਕਿ ਆਪਣੇ ਕਸਟਮਰ ਨੂੰ ਵਧੀਆ ਸਰਵਿਸ ਦੇਣ ਵਾਸਤੇ, ਉਹਨਾਂ ਨੇ ਕਮਾਉਣ ਵਾਸਤੇ ਕੀਤਾ। ਯਾਹੂ ਨੇ ਕੀਤਾ ਕਮਾਈ ਕਰਨ ਵਾਸਤੇ, ਕਿਉਂਕਿ ਐਡ ਦਾ ਪੈਸਾ ਮਿਲਦਾ, ਠੀਕ ਹੈ। ਤਾਂ ਇਸ ਕਰਕੇ ਜ਼ਿਆਦਾ ਗੂਗਲ ਕੀ ਹੋ ਗਿਆ, ਅੱਗੇ ਹੋ ਗਿਆ, ਉਹਨੇ ਯਾਹੂ ਨੂੰ ਕੀ ਕਰਤਾ, ਫੇਲ ਕਰਤਾ। ਤੁਹਾਨੂੰ ਮੈਂ ਚਲੋ ਇੱਕ ਕਹਾਣੀ ਪੜ੍ਹਾ ਦਿੰਦਾ, ਵੈਸੇ ਕੁਛ ਨਹੀਂ ਹੈਗਾ। ਕਹਿੰਦਾ ਜੀ ਸ਼ੁਰੂ ਦੇ ਵਿੱਚ ਇੱਕ ਅਲਤਾ ਵਿਸਟਾ ਨਾਮ ਦਾ ਸੀਗਾ ਆਪਣਾ, ਆਇਆ ਸੀਗਾ ਮਤਲਬ ਕਿ ਸਰਚ ਇੰਜਨ। ਤਾਂ ਕਹਿੰਦਾ ਜੀ ਸਭ ਤੋਂ ਕਹਿੰਦਾ ਵੱਧ ਮਾਰਕੀਟ ਸ਼ੇਅਰ ਹੋਣ ਕਰਕੇ ਕਹਿੰਦਾ ਹੁਣ ਗੂਗਲ ਕੋਲੇ ਪੈਸਾ ਸੀਗਾ, ਤਾਂ ਗੂਗਲ ਕੋਲੇ ਪਹਿਲਾਂ ਆਲਰੇਡੀ ਇੱਕ ਸਟੈਬਲਿਸ਼ ਕੰਪਨੀ ਸੀਗੀ, ਇਹਨੂੰ ਜ਼ਿਆਦਾ ਟਾਈਮ ਨਹੀਂ ਲੱਗਿਆ ਮਤਲਬ ਮਾਰਕੀਟ ਦੇ ਵਿੱਚ ਨਾਮ ਬਣਾਉਣ ਵਾਸਤੇ। ਕਹਿੰਦਾ ਪਰ ਯੂਜ਼ਰ ਇੰਟਰਫੇਸ ਦੇ ਵਿੱਚ ਉਹਨਾਂ ਨੇ ਕੀ ਕੀਤਾ ਰਾਜੇ, ਉਹਨਾਂ ਨੇ ਕੀ ਕੀਤਾ ਜੀ, ਇੱਕ ਤਾਂ ਉਹਦੀ ਸਪੀਡ ਬਹੁਤ ਫਾਸਟ ਸੀਗੀ, ਦੂਜਾ ਉਹਨਾਂ ਨੇ ਕੀ ਕੀਤਾ ਜੀ, ਕੋਸ਼ਿਸ਼ ਇਹੋ ਜਿਹੀ ਕੀਤੀ ਇਹਨਾਂ ਨੇ ਮਤਲਬ ਕਿ ਜਿਹੜੀ ਐਡ ਲਗਾਉਣ ਤੋਂ ਕੀ ਕੀਤਾ, ਐਡ ਲਗਾਉਣ ਤੋਂ ਕੀ ਕੀਤਾ, ਮਤਲਬ ਪਰਹੇਜ਼ ਕੀਤਾ, ਐਡ ਨਹੀਂ ਲਾਉਂਦੇ ਸੀ ਗੂਗਲ ਵਾਲੇ। ਤਾਂ ਕਰਕੇ ਇਹਨਾਂ ਦਾ ਨਾਮ ਕੀ ਹੋ ਗਿਆ, ਜਲਦੀ ਬਣ ਗਿਆ। ਉਸ ਤੋਂ ਬਾਅਦ ਕਹਿੰਦਾ ਜੀ ਮਾਈਕਰੋਸਾਫਟ ਜਿਹੜੀ ਹੈਗੀ ਕੰਪਨੀ, ਉਹਨਾਂ ਨੇ ਆਪਣਾ ਸਰਚ ਇੰਜਨ MSN ਸਰਚ ਇੰਜਨ ਸੀਗਾ, ਉਹ ਵੀ ਬਹੁਤ ਚੱਲਿਆ ਸੀਗਾ, ਉਹ ਵੀ ਸ਼ੋਅ ਕੀਤਾ, ਠੀਕ ਹੈ ਜੀ। ਕਹਿਣ ਦਾ ਮਤਲਬ ਹੌਲੀ ਹੌਲੀ ਇਹ ਮਤਲਬ ਡਿਵੈਲਪ ਹੁੰਦਾ ਗਿਆ, ਠੀਕ ਹੈ। ਤੇ ਉਸ ਤੋਂ ਬਾਅਦ ਜਿਹੜਾ MSN ਸੀਗਾ ਉਹ ਵੀ ਹੌਲੀ ਹੌਲੀ ਕੀ ਹੋ ਗਿਆ, ਫੇਲ ਹੋ ਗਿਆ, ਕਿਉਂਕਿ ਗੂਗਲ ਨੇ ਕੀ ਕਰ ਲਿਆ ਸੀ, ਆਪਣੀ ਬਹੁਤ ਜ਼ਿਆਦਾ ਤਕੜੀ ਮਾਰਕੀਟ ਬਣਾ ਲਈ ਸੀਗੀ। ਹੁਣ ਜੇ ਮੈਂ ਗੱਲ ਕਰਾਂ ਤੁਹਾਨੂੰ, ਚਲੋ ਆਪਾਂ ਸਿਰਫ ਨਾਮ ਯਾਦ ਰੱਖਣੇ ਆ ਕਿਹੜੇ ਕਿਹੜੇ ਹੁੰਦੇ ਆ, ਜਿਵੇਂ ਹੁਣ ਬਿੰਗ ਹੈ,
ਬਿੰਗ ਵੀ ਯਾਦ ਰੱਖ ਲਿਓ, ਠੀਕ ਹੈ। ਬਿੰਗ ਜਿਹੜਾ ਸੀਗਾ ਲਾਂਚ ਕੀਤਾ ਸੀਗਾ ਮਾਈਕਰੋਸਾਫਟ ਨੇ 2009 ਦੇ ਵਿੱਚ, ਠੀਕ ਹੈ ਜੀ। ਇਸ ਤੋਂ ਬਾਅਦ ਅਗਰ ਮੈਂ ਯਾਹੂ ਦੀ ਗੱਲ ਕਰਾਂ, ਯਾਹੂ ਕੰਪਨੀ ਨੇ ਕੀਤਾ ਸੀ 1994 ਦੇ ਵਿੱਚ, ਠੀਕ ਹੈ ਜੀ। ਡੇਵਿਡ ਫਿਲੋ ਐਂਡ ਜੈਰੀ ਯੰਗ, ਤੇ ਜੈਰੀ ਯੰਗ ਮਤਲਬ ਜਿਨ੍ਹਾਂ ਨੇ ਇਹ ਯਾਹੂ ਬਣਾਇਆ ਹੋਇਆ, ਠੀਕ ਹੈ। ਤਾਂ ਨਾਮ ਥੋੜਾ ਥੋੜਾ ਯਾਦ ਰੱਖ ਲਿਓ। ਯਾਹੂ ਹੋ ਗਿਆ, ਡਕ ਡਕ ਗੋ ਹੋ ਗਿਆ, ਡਕ ਡਕ ਗੋ ਡਿਵੈਲਪ ਕੀਤਾ ਸੀਗਾ, ਠੀਕ ਹੈ ਜੀ। ਇਹ 2008 ਦੇ ਵਿੱਚ ਆਇਆ ਸੀਗਾ। ਯੈਂਡੈਕਸ ਆ ਗਿਆ, ਠੀਕ ਹੈ, ਰਸ਼ੀਅਨ ਸਰਚ ਇੰਜਨ ਹੈਗਾ, ਇਹ 1997 ਦੇ ਵਿੱਚ ਆਇਆ, ਠੀਕ ਹੈ। ਬਸ ਨਾਮ ਯਾਦ ਰੱਖਣੇ ਆ ਬੇਟੇ, ਜ਼ਿਆਦਾ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਹੈ ਕਿ ਟਾਈਮ ਨਾ ਵੇਸਟ ਕਰਿਓ। ਬੈਡੂ ਆ ਗਿਆ, ਠੀਕ ਹੈ। ਬੈਡੂ ਵੀ ਸਰਚ ਇੰਜਨ ਚਾਈਨਾ ਦਾ, ਠੀਕ ਹੈ ਜੀ, ਚਾਈਨਾ ਦਾ ਸਰਚ ਇੰਜਨ ਹੈ। ਐਕੋਸੀਆ ਆ ਗਿਆ, ਠੀਕ ਹੈ ਜੀ। ਐਕੋਸੀਆ ਮਤਲਬ ਐਕੋਸੀਆ ਬੇਸਿਕਲੀ ਨਾ ਕਾਮਨ ਨਹੀਂ ਹੈਗਾ, ਇਹ ਇੱਕ ਐਂ ਕਹਿ ਲਓ ਇੱਕ ਮਿਸ਼ਨ ਚਲਾਇਆ ਗਿਆ ਸੀਗਾ ਜਾਂ ਮੁਹਿੰਮ ਚਲਾਈ ਗਈ ਸੀ, ਕਾਹਦੇ ਵਾਸਤੇ? ਪਲਾਂਟ ਟਰੀ ਪਲਾਂਟ ਕਰਨੇ ਵੱਧ ਤੋਂ ਵੱਧ। ਕਹਿੰਦਾ ਜੀ ਓਵਰ 35 ਮਿਲੀਅਨ ਹੈਵ ਬੀਨ ਪਲਾਂਟਡ ਥੈਂਕਸ ਟੂ ਐਕੋਸੀਆ ਯੂਜ਼ਰ। ਮਤਲਬ ਇਹ ਬੰਦਿਆਂ ਵਿੱਚ ਅਵੇਅਰਨੈਸ ਫੈਲਾਉਣ ਵਾਸਤੇ ਕਿ ਜਦੋਂ ਗਲੋਬਲ ਵਾਰਮਿੰਗ ਮਤਲਬ ਜ਼ਿਆਦਾ ਫੈਲ ਰਹੀ ਸੀ, ਉਸ ਟਾਈਮ ਉਹਨਾਂ ਨੇ ਕਿਹਾ ਸੀ ਵੀ ਵੱਧ ਤੋਂ ਵੱਧ ਦਰਖਤ ਲਗਾਓ, ਟਰੀ ਲਗਾਓ, ਠੀਕ ਹੈ। ਉਹ ਉਦੋਂ ਆਇਆ ਸੀਗਾ ਐਕੋਸੀਆ, ਠੀਕ ਹੈ। ਇਸ ਤੋਂ ਇਲਾਵਾ ਅਗਰ ਯਾਦ ਰੱਖਣਾ ਰਾਜੇ, ਗੂਗਲ ਯਾਦ ਰੱਖ ਲਿਓ, ਠੀਕ ਹੈ ਜੀ। ਓਰੀਜਨਲੀ ਇਹਨੂੰ ਕਹਿੰਦੇ ਸੀ ਬੈਕ ਰੱਬ ਕਹਿੰਦੇ ਸੀਗੇ। ਬਿੰਗ ਹੋ ਗਿਆ ਆਪਣਾ 2009 ਦੇ ਵਿੱਚ ਮਾਈਕਰੋਸਾਫਟ ਨੇ। ਆਸਕ ਹੋ ਗਿਆ, ਠੀਕ ਹੈ ਜੀ, 1996 ਦੇ ਵਿੱਚ ਆਸਕ। ਕਹਿੰਦਾ ਜੀ ਅਲਤਾ ਵਿਸਤਾ, ਠੀਕ ਹੈ। AOL ਸਰਚ ਹੋ ਗਿਆ, ਲਾਈਕੋਸ ਹੋ ਗਿਆ, ਅਲੈਕਸਾ ਹੋ ਗਿਆ, ਠੀਕ ਹੈ ਜੀ। ਇਹ ਸਾਰੇ ਕੀ ਨੇ? ਆਪਣੇ ਸਰਚ ਇੰਜਨ ਨੇ, ਠੀਕ ਹੈ। ਬਸ ਇੰਨਾ ਕੁ ਯਾਦ ਰੱਖਣਾ। ਤੇ ਇਹ ਸਰਚ ਇੰਜਨ ਦਾ ਟੌਪਿਕ ਸੀਗਾ ਬੇਟੇ। ਤੁਸੀਂ ਜਿਹੜੇ ਕੁਐਸਚਨ ਹੈਗੇ ਮੈਂ ਸਾਰੇ ਕਰਵਾਏ ਹੋਏ ਆ ਤੁਹਾਨੂੰ ਬਹੁਤ ਚੰਗੀ ਤਰ੍ਹਾਂ। ਜੇ ਤੁਸੀਂ ਮੇਰੀ ਮੈਰਾਥਨ ਲਗਾਈ ਹੈ ਜਾਂ ਫਿਰ ਤੁਸੀਂ ਕੋਈ ਪੇਡ ਕੋਰਸ ਦੇ ਵਿੱਚ ਹੈਗੇ, ਤੁਸੀਂ ਪੜ੍ਹੇ ਹੋਣਗੇ, ਤਾਂ ਆਲਰੇਡੀ ਆਪਾਂ ਸਭ ਕੁਝ ਕਰ ਚੁੱਕੇ ਹਾਂ। ਇਹਦੇ ਵਿੱਚ ਕੁਝ ਖਾਸ ਨਹੀਂ ਸੀਗਾ। ਸਰਚ ਇੰਜਨ ਦੇ ਵਿੱਚ ਇੰਡੈਕਸਿੰਗ ਯਾਦ ਰੱਖ ਲੈਣੀ ਆ, ਵੈਬ ਕਰੈਵਲਰ ਕੀ ਹੁੰਦਾ ਹੈ, ਠੀਕ ਹੈ। ਸਰਚ ਇੰਜਨ ਮਤਲਬ ਐਲਗੋਰਿਥਮ ਦੇ ਨਾਮ ਦੱਸਤੇ ਤੁਹਾਨੂੰ, ਵੈਬ ਸਰਚ ਇੰਜਨਾਂ ਦੇ ਨਾਮ ਦੱਸਤੇ, ਠੀਕ ਹੈ। ਤਾਂ ਦੇਖੋ ਹੁਣ ਯਾਦ ਕਿੰਨੇ ਕੁ ਕਰ ਸਕਦੇ ਆਪਾਂ? 10-15 ਤੁਹਾਨੂੰ ਮੈਂ ਕਰਵਾਤੇ ਆ, ਗਾਂ ਥੋੜੀ ਕਿਸਮਤ ਵੀ ਹੈ। ਬਾਕੀ ਕੋਸ਼ਿਸ਼ ਇਹੀ ਸੀਗੀ ਵੀ ਹਰ ਇੱਕ ਚੀਜ਼ ਨੂੰ ਟਾਰਗੇਟ ਕੀਤਾ ਜਾਵੇ, ਪਰ ਮੈਂ ਫਿਰ ਵੀ ਕਹਿੰਦਾ ਹੁੰਦਾ 90% ਆਪਾਂ ਕਵਰ ਕਰ ਸਕਦੇ ਹਾਂ, 10% ਫਿਰ ਵੀ ਰਹਿ ਜਾਊਗਾ, ਕਿਉਂਕਿ ਪਤਾ ਨਹੀਂ ਨਾ ਕੰਪਿਊਟਰ ਦਾ ਕਿੱਥੋਂ ਪੁੱਛ ਲੈਣ, TCS ਦਾ ਕੋਈ ਪਤਾ ਨਹੀਂ ਕਿੱਥੋਂ ਕੀ ਪੁੱਛ ਲੈਣ। ਤਾਂ ਓਕੇ ਹੈ ਜੀ, ਸ਼ੁਕਰੀਆ, ਧੰਨਵਾਦ, ਸਰਬਤ ਦਾ ਭਲਾ ਬਾਬਾ ਮਿਹਰ ਕਰੇ।